कि ਇਹ ਟਕਰਾਵ ਪੰਜਾਬ ਵਾਸਤੇ ਗਵਰਨਰ ਦੇ ਨਾਲ ਟਕਰਾਵ ਠੀਕ ਹੈ ਕਿਉਂਕਿ ਸਾਰੇ ਫੰਡ ਤੇ ਆਪਾਂ ਕੇਂਦਰ ਸਰਕਾਰ ਕੋਲ ਲੈਣੇ ਨੇ। ਸਰਕਾਰ ਦੇ ਕੰਮਾਂ 'ਚ ਰਾਜਪਾਲ ਸਾਹਿਬ ਨੂੰ ਦਖਲ ਨਹੀਂ ਕਰਨਾ ਚਾਹੀਦਾ ਤੇ ਜਿਹੜੀ ਗੱਲਾਂ ਜੇ ਉਹ ਪੁੱਛਦੇ ਆ ਤੇ ਸਰਕਾਰ ਨੂੰ ਜਵਾਬ ਦੇ ਦੇਣਾ ਚਾਹੀਦਾ। ਮੁਸ਼ਕਿਲ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਵੀ ਅਸੀਂ ਗਵਰਨਰ ਨੂੰ ਸਮਝੀਏ ਕੁਛ ਨਾ। ਦੇਸ਼ ਜਿਹੜਾ ਸਾਡਾ ਸੋਨੇ ਦੀ ਚਿੜੀ ਸੀ, ਪਹਿਲੇ ਮੁਗਲਾਂ ਨੇ ਲੁੱਟਿਆ, ਫਿਰ ਅੰਗਰੇਜ਼ਾਂ ਨੇ ਲੁੱਟਿਆ ਤੇ ਹੁਣ ਆਪੇ ਉਹ ਗੋਰੇ ਚਲ ਗਏ, ਕਾਲੇ ਆਪੇ ਲੁੱਟੀ ਜਾਂਦੇ ਆ ਤੇ ਲੁੱਟ ਬਾਹਰ ਭੇਜੀ ਜਾਂਦੇ ਆ। ਇਹਨਾਂ ਬੰਦੇ ਭੱਜ ਕੇ ਪੈਸੇ ਦੇ ਕੇ ਪੋਸਟਾਂ ਤੇ ਲੱਗਦੇ ਹੁੰਦੇ ਸੀ, ਹੁਣ ਭੱਜਦੇ ਆ ਵੀ ਅਸੀਂ ਫੀਲਡ 'ਚ ਨਹੀਂ ਲੱਗਣਾ। ਇਹ ਪਤਾ ਨਹੀਂ ਕਿਸੇ ਕੁਮਾਰ ਦੀ ਕਦੋਂ ਆ ਜਾਣੇ ਆ। ਹੁਣ ਚੰਨੀ ਸਾਹਿਬ ਮੁੱਖ ਮੰਤਰੀ ਨੇ ਦੋਵਾਂ ਥਾਵਾਂ ਤੋਂ ਇਲੈਕਸ਼ਨ ਹਾਰ ਗਏ ਤੇ ਵਿਜੀਲੈਂਸ ਤੇ ਰਡਾਰ ਤੇ ਹੈ ਤਾਂ ਆਰੋਪ ਇਹ ਵੀ ਕਹਿ ਚੁੱਕੇ ਵੀ ਮੈਨੂੰ ਤੰਗ ਕੀਤਾ ਜਾ ਰਿਹਾ, ਮੈਂ ਗਰੀਬ ਘਰ ਦਾ ਬੰਦਾ। ਇਹਨਾਂ ਨੂੰ ਇੱਕ ਪਰਫਾਰਮਾ ਦੇਤੇ 50 ਸਾਲਾਂ ਦਾ, ਮੈਨੂੰ ਪਤਾ ਨਹੀਂ ਭਰ ਕੇ ਨਾਲ ਇਹਨਾਂ ਨੇ ਖੜਿਆ ਕਿ ਨਹੀਂ ਖੜਿਆ। ਹੁਣ ਚੰਨੀ ਸਾਹਿਬ ਤੇ ਕਹਿੰਦੇ ਮੈਂ ਨਹੀਂ ਕੁਛ ਕਰਦਾ ਜੀ, ਉਹ ਕਹਿੰਦੇ ਘਟਾਲਾ ਬੜਾ ਕੀਤਾ, ਉਹ ਹਣੀ ਮਣੀ ਵੀ ਇਹਨਾਂ ਨੂੰ ਫਸਾਈ ਫਿਰਦਾ। MLA ਹੈ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਮਾਨੂਕੇ, ਅੱਜ ਉਹ ਜਾਂਦੇ ਇੱਕ ਪਿੰਡ ਦੇ ਵਿੱਚ ਤੇ ਪਿੰਡ ਵਾਲੇ ਘੇਰ ਲੈਂਦੇ ਵੀ ਕਹਿੰਦੇ ਤੁਸੀਂ ਵਾਅਦੇ ਤੇ ਬੜੇ ਕਰਦੇ ਸੀ, ਅਸੀਂ ਵੀ ਛਡਾਵਾਂਗੇ ਜ਼ਮੀਨਾਂ, ਪਰ ਆ ਸਾਡੇ ਪਿੰਡ 'ਚ ਵੀ ਜ਼ਮੀਨ ਦੱਬੀ ਆ ਤੇ ਛਡਾਓ ਹੁਣ। ਉੱਥੇ ਲੋਕੀ ਪਿੰਡ ਦੇ ਇਕੱਠੇ ਹੋ ਗਏ ਘੇਰ ਕੇ, ਉਹ ਆਂਦੇ ਵੀ ਜਿਹੜਾ ਸਰਕਾਰੀ ਛੱਪੜ ਆ ਉਹ ਤੇ ਤੁਹਾਡੇ ਆਪ ਦੇ ਜਿਹੜਾ ਸਰਪੰਚ ਉਹਨੇ ਮਰਿਆ, ਪਹਿਲਾਂ ਛੱਪੜ ਛਡਾਓ। 2.5 ਏਕੜ ਦਾ ਜੀ, 2.5 ਏਕੜ ਦਾ ਆਉਂਦਾ ਜਗ੍ਹਾ ਵੀ ਛੱਪੜਾਂ ਨੂੰ ਛਡਾ ਕੇ ਦਿਓ। ਮੈਡਮ ਨੂੰ ਜਵਾਬ ਨਾ ਆਵੇ ਵੀ ਹੁਣ ਕਹੇਗੀ ਉਹ ਕਾਰਡ ਬਗੇ ਭੱਜੇ ਲੋਕਾਂ ਘੇਰ ਲਈ। ਆਯੁਸ਼ਮਾਨ ਦੀ ਜਿਹੜੀ ਸਕੀਮ ਕਾਣ ਹੋਈ ਹੈ, ਇੱਥੇ ਆਪਣੀਆਂ ਜਨਾਨੀਆਂ ਪਾ ਕੇ ਉਹਦੇ ਪੈਸੇ ਲੈਂਦੇ ਰਹੇ ਡਾਕਟਰ ਤੇ ਕਾਰਵਾਈ ਜ਼ੀਰੋ। ਆਯੁਸ਼ਮਾਨ ਵਾਲੇ ਮਰੀਜ਼ ਨੂੰ ਤੇ ਇੰਨੀ ਦੀ ਘ੍ਰਿਣਾ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਨਾ ਹਸਪਤਾਲ ਦੇ ਵਿੱਚ। ਡਾਕਟਰ ਨੂੰ ਪਤਾ ਵੀ ਦੂਜੀ ਦਵਾਈ ਲਿਖੂੰਗਾ, ਕੋਈ ਪਰਚੀ ਪੁਰਚੀ ਲਿਖੂੰਗਾ ਤੇ ਮੈਨੂੰ ਦਵਾਈ ਜਿੱਥੇ ਲਿਖੀ ਆ ਉੱਥੋਂ ਪੈਸੇ ਕੋਈ ਆ ਜਾਊਗਾ, ਕਮਿਸ਼ਨ ਆ ਜਾਊਗਾ ਜਾਂ ਕੋਈ ਲਿਫਾਫਾ ਮੋੜ ਲੂੰਗਾ। ਇਹਦੇ ਵਿੱਚ ਡਾਕਟਰ ਨੂੰ ਤਾਂ ਕੁਛ ਮਿਲਣਾ ਨਹੀਂ, ਇਸ ਕਰਕੇ ਪਹਿਲੀ ਤਾਂ ਗੱਲ ਇਹ ਚਾਹੁੰਦੇ ਨਹੀਂ ਕੋਈ ਇਹ ਕਾਮਯਾਬ ਹੋ ਜੇ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ 'ਚ ਤੁਹਾਡਾ ਸਵਾਗਤ ਹੈ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸਰਕਾਰ ਦੇ ਵਿੱਚ ਵਾਧਾ ਟਕਰਾਵ ਕੀ ਪੰਜਾਬ ਲਈ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ? ਜਿਸ ਤਰ੍ਹਾਂ ਲਗਾਤਾਰ ਗਵਰਨਰ ਸਾਹਿਬ ਦੌਰੇ ਕਰ ਰਹੇ ਨੇ ਸਰਹੱਦੀ ਪਿੰਡਾਂ ਦੇ ਤੇ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਨੇ। ਉਹ ਇੱਥੇ ਕਈ ਵਾਰ ਕਹਿ ਚੁੱਕੇ ਨੇ ਕਿ ਦੁਕਾਨਾਂ ਤੇ ਨਸ਼ਾ ਵਿਕ ਰਿਹਾ। ਉਹਨਾਂ ਨੇ ਪਿਛਲੀ ਵਾਰੀ ਪਾਕਿਸਤਾਨ ਤੇ ਸਰਜੀਕਲ ਸਟ੍ਰਾਈਕ ਦੀ ਗੱਲ ਵੀ ਕੀਤੀ ਸੀ। ਹੁਣ ਉਹਨਾਂ ਨੇ ਆਖਿਆ ਕਿਉਂਕਿ ਮੈਂ 10 ਚਿੱਠੀਆਂ ਲਿਖੀਆਂ ਤੇ ਮੇਰੀਆਂ ਚਿੱਠੀਆਂ ਦਾ ਜਵਾਬ ਸਰਕਾਰ ਨਹੀਂ ਦੇ ਰਹੀ, ਮੈਂ ਇੱਕ ਚੀਜ਼ ਦੀ ਫਾਈਲ ਬਣਾ ਰਿਹਾ ਤੇ ਫਾਈਲ ਲੈ ਕੇ ਮੈਂ ਰਾਸ਼ਟਰਪਤੀ ਕੋਲ ਵੀ ਜਾਵਾਂਗਾ ਤੇ ਲੋੜ ਪਈ ਤੇ ਸੁਪਰੀਮ ਕੋਰਟ ਵੀ ਜਾਵਾਂਗਾ। ਤੇ ਇਸ ਤੋਂ ਬਾਅਦ ਸਿਆਸਤ ਪੰਜਾਬ ਦੀ ਵਿੱਚ ਇੱਕ ਵਾਰ ਫੇਰ ਤੋਂ ਪਚਾਲ ਆ ਗਿਆ। ਗੱਲ ਕਰਾਂਗੇ ਹਰਿਆਣਾ ਦੇ IAS ਅਫਸਰ ਦੀ। ਮਾਮਲਾ ਜੁੜਿਆ ਭ੍ਰਿਸ਼ਟਾਚਾਰ ਦੇ ਨਾਲ। ਉੱਥੇ ਹਰਿਆਣਾ ਵਿਕਾਸ ਕੌਸ਼ਲ ਮਿਸ਼ਨ ਦਿੱਤਾ ਜਿਹੜਾ ਫੰਡ ਆਉਂਦਾ ਹੈ, ਉਹ ਫੰਡ ਕਿਸ ਤਰ੍ਹਾਂ ਖੁਰਦ-ਬੁਰਦ ਕੀਤਾ ਜਾਂਦਾ ਹੈ। ਮਾਮਲਾ ਕੋਈ ਕਰੋੜ 2 ਕਰੋੜ ਦਾ ਨਹੀਂ, 100 ਕਰੋੜ ਤੋਂ ਵੀ ਵੱਧ ਪੈਸੇ ਦਾ ਹੈ ਤੇ ਕਿਸ ਤਰ੍ਹਾਂ ਰਿਸ਼ਵਤ ਖਾਧੀ ਜਾਂਦੀ ਹੈ। ਇਹ ਡ੍ਰੀਮ ਪ੍ਰੋਜੈਕਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਇਸ ਦੇ ਬਾਵਜੂਦ ਅਫਸਰਾਂ ਨੂੰ ਡਰ ਨਹੀਂ ਹੈ, ਖੌਫ ਨਹੀਂ ਹੈ, ਕਿਉਂਕਿ ਇਹਨਾਂ ਦੀ ਤੇ ਚਾਂਦੀ ਹੈ। ਇਹਨਾਂ ਨੂੰ ਸਟੀਲ ਫਰੇਮ ਆਫ ਇੰਡੀਆ ਐਵੇਂ ਨਹੀਂ ਆਖਿਆ ਜਾਂਦਾ। ਪੰਜਾਬ ਸਰਕਾਰ ਹੈਲਥ ਤੇ ਐਜੂਕੇਸ਼ਨ ਦਾ ਨਾਰਾ ਦੇ ਕੇ ਸੱਤਾ 'ਚ ਆਈ ਸੀ ਤੇ ਅੰਮ੍ਰਿਤਸਰ ਦੇ ਜੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੀ ਗੱਲ ਕਰੀਏ, ਉੱਥੇ ਆਯੁਸ਼ਮਾਨ ਦੇ ਮਰੀਜ਼ਾਂ ਦੇ ਆਰਥੋ ਦੇ ਆਪਰੇਸ਼ਨ ਨਹੀਂ ਹੋ ਰਹੇ ਨੇ। ਕਿਉਂ ਨਹੀਂ ਹੋ ਰਹੇ, ਉਹਦੇ ਤੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਤਲਬ ਕਰ ਲਿਆ। ਉੱਥੇ ਅੱਜ ਉਹ ਪਹੁੰਚ ਗਏ ਨੇ ਵਿਜੀਲੈਂਸ ਦੇ ਦਫ਼ਤਰ 'ਚ, ਉਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ। ਕੈਬਨਿਟ ਮਿਨਿਸਟਰ ਪੰਜਾਬ ਦੇ ਲਾਲਚੰਦ ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ, ਉੱਤੇ ਵੀ ਗੱਲਬਾਤ ਕਰਾਂਗੇ। ਸਰਬਜੀਤ ਕੌਰ ਮਾਨੂਕੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਤੇ ਪਹਿਲਾਂ ਜਿਹੜਾ ਇਲਜ਼ਾਮ ਲੱਗਿਆ ਸੀ ਉਹ ਤੇ ਇਹਦੇ ਉੱਥੋਂ ਤੇ ਉਹ ਬਾਹਰ ਨਿਕਲ ਨਹੀਂ ਪਾਏ ਤੇ ਇੱਕ ਅੱਜ ਲੋਕਾਂ ਨੇ ਉਹਨਾਂ ਦਾ ਕਰਾਰ ਵੀ ਕਰ ਲਿਆ। ਸਾਡੇ ਨਾਲ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਸ਼ਰਮਾ ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਰਮਾ ਜੀ, ਜਿਸ ਤਰ੍ਹਾਂ ਪੰਜਾਬ ਦੇ ਗਵਰਨਰ ਦੇ ਨਾਲ ਪੰਜਾਬ ਸਰਕਾਰ ਦਾ ਟਕਰਾਵ ਹੋ ਰਿਹਾ ਹੈ, ਇਹ ਮੇਰਾ ਖਿਆਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਕਦੀ ਪਹਿਲੇ ਬਣੀ ਨਹੀਂ ਜੀ ਤੇ ਹਮੇਸ਼ਾ ਇਹ ਕਹਿ ਰਹੇ ਨੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਜਦਕਿ ਗਵਰਨਰ ਸਾਹਿਬ ਦਾ ਕਹਿਣਾ ਕਿ ਮੈਂ ਜੇ ਕੋਈ ਗਲਤ ਕੰਮ ਹੁੰਦਾ ਤਾਂ ਮੈਂ ਚੁੱਪ ਕਰਕੇ ਬਹਿ ਨਹੀਂ ਸਕਦਾ। ਕੱਲ੍ਹ ਉਹ ਪ੍ਰੈਸ ਕਾਨਫਰੰਸ ਵੀ ਕਰਦੇ ਨੇ। ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਦਿੱਲੀ ਜੰਤਰ ਮੰਤਰ ਤੇ ਰਾਮਲੀਲਾ ਮੈਦਾਨ 'ਚ ਜਦੋਂ ਹੁੰਦਾ ਹੈ, ਉਹ ਵੀ ਸਪੀਚ ਦਿੰਦੇ ਨੇ। ਹਾਲਾਂਕਿ ਉਹਦੇ 'ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਵੀ ਟਿੱਪਣੀ ਕੀਤੀ ਸੀ ਤੇ ਉਹਨੂੰ ਨਰਿੰਦਰ ਪੁਤਿਨ ਕਹਿ ਦਿੱਤਾ ਸੀਗਾ। ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਕੀ ਇਹ ਪੰਜਾਬ, ਇੱਕ ਪਾਸੇ ਤੇ ਇਹ ਚਰਚਾ ਚੱਲਣ ਲੱਗੀ ਸੀਗੀ ਵੀ ਕਿਤੇ ਇੱਦਾਂ ਨਾ ਹੋਵੇ ਵੀ ਸਰਜੀਕਲ ਸਟ੍ਰਾਈਕ ਦੀ ਗੱਲ ਕਰ ਰਹੇ ਹੈ, ਵੀ ਸਰਜੀਕਲ ਸਟ੍ਰਾਈਕ ਦੀ ਗੱਲ ਆਲੇ ਹਾਲ 'ਚ ਇੱਕ ਰਾਸ਼ਟਰਪਤੀ ਸ਼ਾਸਨ ਹੀ ਨਾ ਲੱਗ ਜਾਏ।
ਵੀ ਕੀ ਇਹ ਟਕਰਾਵ ਪੰਜਾਬ ਵਾਸਤੇ ਗਵਰਨਰ ਦੇ ਨਾਲ ਟਕਰਾਵ ਠੀਕ ਹੈ, ਕਿਉਂਕਿ ਸਾਰੇ ਫੰਡ ਤੇ ਆਪਾਂ ਕੇਂਦਰ ਸਰਕਾਰ ਕੋਈ ਲੈਣੇ ਨਾ। ਭੰਡਾਰੀ ਸਾਹਿਬ, ਨਾ ਇਹ ਪੰਜਾਬ ਵਾਸਤੇ ਠੀਕ, ਨਾ ਇਹ ਦੇਸ਼ ਵਾਸਤੇ, ਦੇਸ਼ ਹਿੱਤ ਦੇ ਵਿੱਚ, ਤੇ ਨਾ ਲੋਕ ਹਿੱਤ ਦੇ ਵਿੱਚ। ਇਹਨਾਂ ਦਾ ਆਪਸੀ ਮੇਲ ਮਿਲਾਪ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ। ਕਿਉਂ? ਜਿਹੜੇ ਤੁਹਾਡੀ ਇਹੀ ਗੱਲ ਕੀਤੀ ਵੀ ਜੋ ਕੁਛ ਆਪਾਂ ਲੈਣਾ ਸੈਂਟਰ ਤੋਂ ਹੈ ਨਾ ਜੀ, ਅੱਗੇ ਰੂਰਲ ਡਿਵੈਲਪਮੈਂਟ ਫੰਡ ਬੰਦ ਹੋਇਆ ਜੀ, ਫਿਰ NHM ਫੰਡ ਬੰਦ ਹੋ ਗਿਆ ਜੀ, ਫਿਰ ਕੋਈ ਗ੍ਰਾਂਟਾਂ 'ਚ ਕਟੌਤੀ ਕਰਤੀ, ਕੁਛ ਨਾ ਕੁਛ ਹੋ ਹੀ ਜਾਣ ਡਿਆ। ਟਕਰਾਵ ਜਿਹੜਾ ਚੰਗਾ ਨਹੀਂ ਹੈਗਾ ਜੀ। ਇਹ ਦੋਵਾਂ ਨੂੰ ਸੰਯਮ ਵਰਤਣਾ ਚਾਹੀਦਾ, ਸੈਂਟਰ ਨੂੰ ਵੀ, ਗਵਰਨਰ ਸਾਹਿਬ ਨੂੰ ਵੀ, ਤੇ CM ਮਾਨ ਸਾਹਿਬ ਨੂੰ ਵੀ। ਇਹ ਵੀ ਇੰਸਟੀਗੇਟ ਕਰਦੇ ਆ, ਉਹਨਾਂ ਨੂੰ ਛੇੜਖਾਨੀ ਕਰਦੇ। ਜਦੋਂ ਤੁਸੀਂ ਪੰਗੇ ਲਓਗੇ ਫਿਰ ਜਿਹਨੇ ਕੋਈ ਦੇਣਾ ਪਈ ਚੀਜ਼ ਤੇ ਪਿਆਰ ਨਾਲ ਮਿਲਣੀ ਆ ਜੀ, ਪੰਗਾ ਲੈ ਕੇ ਤੇ ਮਿਲਣੀ ਨਹੀਂ। ਜੇ ਆਪਾਂ GST ਦੇ ਪੈਸੇ ਲੈਣੇ ਤੇ ਉਹ ਵੀ ਉਹਨਾਂ ਕੋਲ ਲੈਣੇ ਆ। ਹੁਣ ਰਾਜੇਪਾਲ ਨੇ ਕੱਲ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਆ ਵੀ ਮੈਂ ਤੇ ਜਿਹੜੇ ਮੁੱਖ ਮੰਤਰੀ ਨੇ ਆਰੋਪ ਲਾਏ ਆ ਵੀ ਮੈਂ ਮੇਰੀ ਸਰਕਾਰ ਨਹੀਂ ਬੋਲਦਾ, ਮੈਂ ਤੇ ਮੇਰੀ ਸਰਕਾਰ ਹੀ ਮੇਰੀ ਹੈ, ਮੈਂ ਤੇ ਮੇਰੀ ਸਰਕਾਰ ਬੋਲਿਆ ਜੀ। ਨਾ ਕੋਈ ਪ੍ਰੂਫ ਹੈਗਾ ਦੱਸਣ। ਉਹ ਕਹਿੰਦੇ ਵੀ ਕੋਈ ਵੀ ਬਿੱਲ ਪਾਸ ਹੁੰਦਾ ਉਹ ਮੇਰੇ ਸੈਨਾ ਨਾਲ ਹੁੰਦਾ, ਤੇ ਮੇਰੀ ਵੀ ਸਰਕਾਰ ਹੈ ਤੇ ਮੈਂ ਕਿੱਦਾਂ ਕਹੂੰ ਮੇਰੀ ਸਰਕਾਰ ਨਹੀਂ। ਮੁੱਖ ਮੰਤਰੀ ਸਾਹਿਬ ਨੇ ਰਾਮਲੀਲਾ ਮੈਦਾਨ 'ਚ ਕਿਹਾ ਸੀ, ਗਵਰਨਰ ਸਾਹਿਬ ਨੇ ਮੇਰੀ ਸਰਕਾਰ ਕਹਿਣ ਤੋਂ ਭੱਜ ਗਏ ਸੀ। ਹਾਂ, ਤੇ ਸਾਡੇ ਕੰਮ 'ਚ ਦਖਲਅੰਦਾਜ਼ੀ ਕਰਦੇ ਆ। ਆਂਦੇ ਬੜੀ ਦੁੱਖ ਦੀ ਗੱਲ ਆ ਵੀ ਜਿਹੜੇ ਸਿਲੈਕਟਡ ਬੰਦੇ ਆ ਕੇਂਦਰ ਸਰਕਾਰ ਦੇ, ਇਲੈਕਟਡ ਬੰਦਿਆਂ ਦੇ ਕੰਮ 'ਚ ਤੰਗ ਜਾਂ ਕਰਦੇ ਆ, ਇੰਟਰਫੇਅਰ ਕਰਦੇ ਨੇ। ਬੜੀ ਮਾੜੀ ਗੱਲ ਆ। ਤੇ ਸ਼ਾਮ ਨੂੰ ਫਿਰ ਆਪਣੇ ਟਵਿੱਟਰ ਹੈਂਡਲ ਤੇ CM ਮਾਨ ਸਾਹਿਬ ਨੇ ਇੱਕ ਵੀਡੀਓ ਪਾਤੀ ਵਿਧਾਨ ਸਭਾ ਦੀ, ਜਿਹ 'ਚ ਗਵਰਨਰ ਸਾਹਿਬ ਪੜ੍ਹ ਰਹੇ ਆ ਮੇਰੀ ਸਰਕਾਰ, ਤੇ ਜਦੋਂ ਬਖਸ਼ਣ ਨੂੰ ਕਹਿੰਦਾ ਜੀ ਤੁਹਾਡੀ ਤੇ ਮੰਨਦੇ ਨਹੀਂ, ਤੁਹਾਡਾ ਤੇ ਕੋਈ ਜਵਾਬ ਨਹੀਂ ਦਿੰਦੇ, ਇਹ ਆਪ ਸਰਕਾਰ ਨੇ ਨਾ ਕਹਿਣ ਲੱਗ ਪਏ ਜੀ। CM ਸਾਹਿਬ ਨੇ ਇਹਨਾਂ ਨੂੰ ਚੇਤੇ ਕਰਾਇਆ ਸੁਪਰੀਮ ਕੋਰਟ ਦਾ ਆਰਡਰ ਵੀ ਜੋ ਸਰਕਾਰ ਲੈ ਕੇ ਦਊਗੀ ਉਹ ਹੀ ਤੁਹਾਨੂੰ ਪੜ੍ਹਨਾ ਪਊਗਾ। ਫਿਰ ਇਹਨਾਂ ਕਿਹਾ ਵੀ ਇਹ ਗੱਲ ਠੀਕ ਆ, ਫਿਰ ਇਹਨਾਂ ਨੇ ਉਹ ਪੜ੍ਹਨਾ ਸ਼ੁਰੂ ਕਰਤਾ। ਸਰ ਇੱਥੇ ਮੈਂ ਦਰਸ਼ਕਾਂ ਨੂੰ ਇਹ ਦੱਸਦੀ ਹੈ ਵੀ ਸਰਕਾਰ ਜਦੋਂ ਵੀ ਰਾਜਪਾਲ ਸਾਹਿਬ ਨੂੰ ਇੱਕ ਭਾਸ਼ਣ ਡਰਾਫਟ ਕਰਕੇ ਦਿੰਦੀ ਹੈ, ਲਿਖ ਕੇ ਦਿੰਦੀ ਹੈ, ਤੇ ਰਾਜਪਾਲ ਸਾਹਿਬ ਨੂੰ ਉਹੀ ਪੜ੍ਹਨਾ ਹੁੰਦਾ ਹੈ ਜੋ ਇਹ ਸੁਪਰੀਮ ਕੋਰਟ ਦੀ ਰੂਲਿੰਗ ਕਹਿੰਦੀ ਹੈ। ਇਹਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਸੀਗਾ। ਤੇ ਹੁਣ ਰਾਜਪਾਲ ਸਾਹਿਬ ਕਹਿੰਦੇ ਆ ਵੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਦਿਓ। ਬਿਲਕੁਲ ਸੁਪਰੀਮ ਕੋਰਟ ਦਾ ਆਰਡਰ ਆ, ਬਿਲਕੁਲ ਕਿਹਾ ਸੀ। ਮੈਂ ਤੁਹਾਨੂੰ ਆਂਦਾ ਵੀ 10 ਚਿੱਠੀਆਂ ਲਿਖ ਚੁੱਕਾ ਤੇ ਮੇਰੇ ਤੇ ਤੁਸੀਂ ਸਰਕਾਰ ਦੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੰਦੇ। ਤੁਹਾਨੂੰ ਪਤਾ ਵੀ ਆ ਵੀ ਇਹਨਾਂ 'ਚ ਟਕਰਾਵ ਜਿਹੜਾ ਬੜਾ ਚੱਲਿਆ ਆਂਦਿਆ। ਟਕਰਾਵ ਸ਼ੁਰੂ ਹੋਇਆ ਸੀ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਸਰਕਾਰ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ VC ਲਾਤਾ ਸੀ ਡਾਕਟਰ GS ਵਾਟਰ ਨੂੰ। ਤੇ ਗਵਰਨਰ ਸਾਹਿਬ ਨੇ ਕਿਹਾ ਵੀ 3 ਬੰਦਿਆਂ ਪੈਨਲ ਘੱਲੋ। ਉੱਥੋਂ ਪਹਿਲਾਂ ਟਕਰਾਵ ਸ਼ੁਰੂ ਹੋ ਗਿਆ, ਸਰਕਾਰ ਨੇ ਘੱਲਿਆ ਨਹੀਂ। ਚਲੋ ਹੁਣ ਤਾਂ ਨਵੇਂ VC ਲੱਗ ਗਏ ਆ। ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਤਬੀਰ ਸਿੰਘ ਗੋਸਲ ਹੀ, ਉਹਨਾਂ ਨੂੰ VC ਲਾਤਾ ਸਰਕਾਰ ਨੇ। ਰਾਜੇਪਾਲ ਨੇ ਉੱਥੇ ਇਤਰਾਜ਼ ਜਤਾਇਆ ਸੀ ਤੇ ਸਰਕਾਰ ਕੋਲ ਜਵਾਬ ਮੰਗਿਆ, ਮੇਰੇ ਤੋਂ ਪੁੱਛੇ ਬਿਨਾਂ ਕਿਉਂ ਲਾਤਾ? ਮੇਰੇ ਤੋਂ ਪੁੱਛਿਆ ਬਿਨਾਂ ਹੀ ਲਾਤਾ ਜੀ। ਫਿਰ ਸਿੰਗਾਪੁਰ ਤੋਂ ਜਦੋਂ ਅਧਿਆਪਕ ਭੇਜੇ, ਉਹਨਾਂ ਕਿਹਾ ਵੀ ਜਿਹੜੀ ਤੈਨੂੰ ਚੁਣਨ ਦੀ ਪ੍ਰਕਿਰਿਆ ਤੁਹਾਡੀ ਗਲਤ ਆ, ਉੱਤੇ ਸਵਾਲ ਠਾਏ। ਉਹ ਪੁੱਛਿਆ ਸੀ ਵੀ ਕਿੱਦਾਂ ਚੈਨ ਕੀਤਾ ਨਾ, ਜਵਾਬ ਮੰਗੇ, ਸਰਕਾਰ ਨੇ ਉਹਦਾ ਵੀ ਜਵਾਬ ਕੋਈ ਨਹੀਂ ਦਿੱਤਾ। ਫਿਰ ਉਹਨਾਂ ਕਿਹਾ ਵੀ ਜਿਹੜਾ SC ਸਕਾਲਰਸ਼ਿਪ ਨਾ ਮਿਲਣ ਦੇ ਚੱਲਦਿਆਂ ਬੱਚੇ ਪੜ੍ਹਾਈ ਛੱਡਣ ਨੂੰ ਮਜਬੂਰ ਹੋ ਗਏ ਆ, ਇੱਥੇ ਵੀ ਸਰਕਾਰ ਨੂੰ ਜਵਾਬ ਮੰਗਿਆ, ਇੱਥੇ ਵੀ ਸਰਕਾਰ ਨੇ ਜਵਾਬ ਕੋਈ ਨਹੀਂ ਦਿੱਤਾ। ਫਿਰ ਉਹਨਾਂ ਡਿਊਟੀ ਦੇ ਜਿਹੜੇ ਡੈਪੂਟੇਸ਼ਨ ਤੇ SSP ਲੱਗੇ ਕੁਲਦੀਪ ਚਾਹਲ, ਉਹਨਾਂ ਨੂੰ ਵਾਪਸ ਭੇਜਤਾ ਸੀ ਕਿ ਉਹਨਾਂ ਤੇ ਕੋਈ ਆਰੋਪ ਲੱਗੇ ਸੀ ਜਨਾਨੀ ਨਾਲ ਜੀ ਜ਼ਬਰਦਸਤੀ ਛੇੜਛਾੜ ਕਰਨ ਦੇ ਕੋਈ ਆਰੋਪ ਸੀ, ਵਾਪਸ ਭੇਜਤਾ ਸੀ। ਤੇ ਸਰਕਾਰ ਨੇ ਉਹ ਸੀ ਨਾ, ਇਹਨਾਂ ਨੇ ਕੋਈ ਉਸ ਦੀ ਐਪਲੀਕੇਸ਼ਨ ਦੇ ਉੱਤੇ ਕਾਰਵਾਈ ਨਹੀਂ ਸੀ ਕੀਤੀ। ਫਿਰ ਗੱਲ ਗਵਰਨਰ ਸਾਹਿਬ ਕੋ ਮਾਮਲਾ ਪਹੁੰਚਿਆ ਸੀ, ਇਸ ਕਰਕੇ ਜਿਹੜਾ ਉਹ ਇਹਨਾਂ ਨੂੰ ਵਾਪਸ ਭੇਜਿਆ ਗਿਆ ਸੀ। ਟਨਿਓਰ ਤੋਂ ਪਹਿਲੇ ਹੀ ਉਹਨਾਂ ਨੇ ਫਿਰ ਬੜਾ ਰੌਲਾ ਪਿਆ ਸੀ। ਮਾਨ ਸਰਕਾਰ ਨੇ ਕਿਹਾ ਸੀ ਵੀ ਸਾਡੇ ਬੰਦੇ ਦਾ ਜੇ ਟਾਈਮ ਪੂਰਾ ਨਹੀਂ ਹੋਇਆ ਤੇ ਵਾਪਸ ਭੇਜ ਰਹੇ। ਇਹ ਸਰਕਾਰ ਨੇ ਐਕਸ਼ਨ ਲੈਣ ਦੀ ਜਗ੍ਹਾ ਤੋਂ ਜਲੰਧਰ ਦਾ ਪੁਲਿਸ ਕਮਿਸ਼ਨ ਲਾਤਾ। ਗਵਰਨਰ ਸਾਹਿਬ ਨੇ ਉੱਤੇ ਵੀ ਨਾਰਾਜ਼ਗੀ ਵਿਅਕਤ ਕੀਤੀ। ਫਿਰ ਗੁਰਿੰਦਰਜੀਤ ਸਿੰਘ ਜਵੰਦਾ ਨੂੰ ਪੰਜਾਬ ਇਨਫੋਟੈਕ ਦਾ ਚੇਅਰਮੈਨ ਲਾਤਾ ਪੰਜਾਬ ਸਰਕਾਰ ਨੇ। ਰਾਜੇਪਾਲ ਨੇ ਸਰਕਾਰ ਨੂੰ ਸਵਾਲ ਪੁੱਛਿਆ ਵੀ ਇਹ ਬੰਦੇ ਤੇ ਭਰਨ ਦਾ ਮਾਮਲਾ ਦਰਜ ਹੈ, ਇਹਨੂੰ ਦੀ ਚੇਅਰਮੈਨ ਕਿੱਦਾਂ ਲਾਤਾ? ਵੇਖੋ ਹੁਣ ਸੁਪਰੀਮ ਕੋਰਟ ਨੇ ਵੀ ਇਦਾਂ ਦਾ ਟਕਰਾਅ ਚੱਲਦਾ ਰਿਹਾ ਜੀ। ਸੁਪਰੀਮ ਕੋਰਟ ਨੇ ਵੀ ਇਹ ਗੱਲ ਤੇ ਕਹੀ ਹੈ ਵੀ ਜਿਹੜਾ ਰਾਜਪਾਲ ਹੈਗਾ ਇਹ ਸੰਵਿਧਾਨਿਕ ਤੌਰ ਤੇ ਪ੍ਰਮੁੱਖ ਹੁੰਦਾ, ਤੇ ਉਹਦੇ ਦੁਆਰਾ ਜਿਹੜੇ ਪੁੱਛੇ ਗਏ ਸਵਾਲ ਆ ਉਹਨਾਂ ਦਾ ਜਵਾਬ ਦੇਣਾ ਸਰਕਾਰ ਨੂੰ ਵੱਧ ਹੈਗੀ। ਸਰਕਾਰ ਮਜਬੂਰ ਆ, ਸਰਕਾਰ ਨੂੰ ਦੇਣਾ ਪੈਣਾ।
ਕੱਲ ਕਹੇ ਸੀ ਨਾ ਹਰਪਾਲ ਸਿੰਘ ਚੀਮਾ ਜਿਹੜੇ ਫਾਈਨਾਂਸ ਮਿਨਿਸਟਰ ਹੈ ਉਹ ਵੀ ਪ੍ਰੈਸ ਕਾਨਫਰੰਸ ਕਰਦੇ ਆ, ਉਹ ਵੀ ਕਹਿੰਦੇ ਵੀ ਸੰਵਿਧਾਨ ਨੇ ਜਿਹੜੇ ਨਾ ਬਿਲਕੁਲ ਪਾਵਰਾਂ ਤੇ ਅਧਿਕਾਰ ਡਿਫਾਈਨ ਕੀਤੇ ਹੋਏ ਆ। ਰਾਜਪਾਲ ਸਾਹਿਬ ਦੇ ਕੀ ਅਧਿਕਾਰ ਨੇ, ਸੀਐਮ ਸਾਹਿਬ ਦੇ ਕੀ ਅਧਿਕਾਰ ਨੇ, ਸਰਕਾਰ ਦੇ ਕੀ ਅਧਿਕਾਰ ਨੇ। ਤੁਹਾਡੀ ਗੱਲ ਠੀਕ ਹੈ, ਦੋਵਾਂ ਨੂੰ ਆਪਣੇ ਦਾਇਰੇ 'ਚ ਰਹਿਣਾ ਚਾਹੀਦਾ। ਸਰਕਾਰ ਦੇ ਕੰਮਾਂ 'ਚ ਰਾਜਪਾਲ ਸਾਹਿਬ ਨੂੰ ਦਖਲ ਨਹੀਂ ਕਰਨਾ ਚਾਹੀਦਾ, ਤੇ ਜਿਹੜੀ ਗੱਲਾਂ ਜੇ ਉਹ ਪੁੱਛਦੇ ਆ ਤੇ ਸਰਕਾਰ ਨੂੰ ਜਵਾਬ ਦੇ ਦੇਣਾ ਚਾਹੀਦਾ। ਮੁੱਛ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਵੀ ਅਸੀਂ ਗਵਰਨਰ ਨੂੰ ਸਮਝੀਏ ਕੁਛ ਨਾ। ਨਹੀਂ, ਉੱਥੇ ਜਦੋਂ ਰਾਜਪਾਲ ਸਾਹਿਬ ਆਏ ਸੀ ਕਹਿੰਦੇ ਵੀ ਸਰਕਾਰ ਦੇ ਰੂਪ ਇਹ ਆ ਵੀ ਇਹ ਬੀਜੇਪੀ ਦੇ ਹੈੱਡਕੁਆਟਰ ਬਣ ਗਏ ਆ ਜਿਹੜੇ ਰਾਜ ਭਵਨ ਹੈਗੇ ਆ। ਉਹ ਕਹਿੰਦੇ ਆ ਵੀ ਦੇਖੋ ਵੈਸੇ ਕੇਸੀ ਗੱਲ ਤੇ ਆ ਵੀ ਜੇ ਤੇ ਮੰਨ ਲਓ ਬੀਜੇਪੀ ਦੀ ਸਰਕਾਰ ਹੁੰਦੀ ਇੱਥੇ ਪੰਜਾਬ ਦੇ ਵਿੱਚ, ਕੀ ਰਾਜਪਾਲ ਸਾਹਿਬ ਤਾਂ ਵੀ ਐ ਇੰਟਰਫੇਅਰ ਕਰਦੇ ਵੀ? ਜਾਂ ਜਿਹੜੇ ਰਾਜਪਾਲ ਜਿਹੜੇ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਕਿ ਉੱਥੇ ਵੀ ਰਾਜਪਾਲ ਸਾਹਿਬ ਇਦਾਂ ਦਖਲਅੰਦਾਜ਼ੀ ਕਰਦੇ? ਉਹਨਾਂ ਦਾ ਇਹ ਕਹਿਣਾ ਵੀ ਸਾਨੂੰ ਦੱਸੋ ਜੇ ਸਾਡੇ ਕੋਲ ਵਾਕਈ ਇੱਕ ਵਾਰ ਟਕਰਾਵ ਨਾ ਮੁੱਖ ਮੰਤਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਨਾ ਉਦੋਂ ਵੀ ਹੋਇਆ ਸੀ, ਵੀਪੀ ਬਦਨੌਰ ਹੁੰਦੇ ਸੀ ਜਦੋਂ ਰਾਜਪਾਲ, ਤੇ ਉਹਨਾਂ ਨੇ ਚੀਫ ਸੈਕਟਰੀ ਤੇ ਦੀ ਡੀਜੀਪੀ ਸਾਹਿਬ ਦੀ ਮੀਟਿੰਗ ਬੁਲਾਉਣ ਦੀ ਗੱਲ ਕੀਤੀ ਤੇ ਇਤਰਾਜ਼ ਜਤਾਇਆ ਸੀ ਉਦੋਂ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ। ਕਿਹਾ ਵੀ ਤੁਸੀਂ ਮੇਰੇ ਨਾਲ ਗੱਲ ਕਰੋ, ਕੋਈ ਮੁਸ਼ਕਲ ਹੈ ਤਾਂ ਦੱਸੋ, ਅਸੀਂ ਉਹਨੂੰ ਠੀਕ ਕਰਾਂਗੇ। ਹੁਣ ਇੱਥੇ ਤੁਹਾਨੂੰ ਪਤਾ ਹੀ ਵੀ ਜਦੋਂ ਇੱਥੇ ਆਉਂਦੇ ਆ ਤੇ ਨਾਲ ਚੀਫ ਸੈਕਟਰੀ ਸਾਹਿਬ ਵੀ ਹੁੰਦੇ ਆ ਤੇ ਪੰਜਾਬ ਦੇ ਡੀਜੀਪੀ ਵੀ ਹੁੰਦੇ ਆ, ਤੇ ਆਪਣੇ ਪ੍ਰੋਹਿਤ ਸਾਹਿਬ ਕਹਿੰਦੇ ਆ ਵੀ ਮੈਂ ਚੁੱਪ ਕਰਕੇ ਸਭ ਕੁਝ ਨਹੀਂ ਵੇਖ ਸਕਦਾ, ਜੇ ਕੋਈ ਗਲਤ ਹੁੰਦਾ ਤੇ ਮੈਂ ਕਵਾਂਗਾ। ਉਹਨਾਂ ਨੇ ਤੇ ਇਹ ਵੀ ਕਿਹਾ ਸੀ ਬਾਰਡਰ ਤੋਂ ਡਰੋਨ, ਨਸ਼ਾ, ਹਥਿਆਰ ਆ ਰਹੇ ਨੇ, ਇੱਥੇ ਸਰਜੀਕਲ ਸਟ੍ਰਾਈਕ ਹੋਣੀ ਚਾਹੀਦੀ ਹੈ। ਕੱਲ ਉਹਨਾਂ ਨੇ ਇਹ ਗੱਲ ਦੁਹਰਾਈ ਵੀ ਚਲੋ ਅਸੀਂ ਦੋਵਾਂ ਨੂੰ ਆਪਣੀ ਹਦੂਦ ਦੇ ਅੰਦਰ ਰਹਿਣਾ ਚਾਹੀਦਾ। ਜੋ ਇਹਨਾਂ ਨੂੰ ਹੱਕ ਸਰਕਾਰ ਸੰਵਿਧਾਨ ਵੱਲੋਂ ਮਿਲੇ ਆ ਉਹਨੂੰ ਫਾਲੋ ਕਰਨ। ਨਹੀਂ ਕਿਹਦੀ ਹੁਣ ਹੋ ਸਕਦਾ ਨਾ ਜੀ ਵੀ ਇਹ ਨਹੀਂ ਦੋਨਾਂ ਨੂੰ ਦਿੱਲੀ ਚੋਂ ਡਾਇਰੈਕਸ਼ਨ ਆ ਕੋਈ ਹੋਰ ਹੋਣ, ਸਾਹਿਬ ਨੂੰ ਦਿੱਲੀ ਚੋਂ ਹੋਰ ਹੋਣ, ਜਾਊਗਾ ਨਾ ਮਾਨ ਸਾਹਿਬ ਨੂੰ ਦਿੱਲੀ ਚੋਂ ਹੋਰ ਡਾਇਰੈਕਸ਼ਨ ਆਉਣ, ਉਹਨਾਂ ਨੂੰ ਡਾਇਰੈਕਸ਼ਨ ਆਉਣ, ਟਕਰਾਵ ਹੈਗਾ। ਚਲੋ ਨਹੀਂ ਹੋਣਾ ਚਾਹੀਦਾ। ਸਰਕਾਰ ਦੇ ਹਿੱਤ 'ਚ ਨਹੀਂ ਹੈਗਾ। ਰਕੇਸ਼ ਜੀ, ਆਈਐਸ ਅਫਸਰ ਸਟੀਲ ਫਰੇਮ ਆਫ ਇੰਡੀਆ ਅਸੀਂ ਨਹੀਂ ਕਹਿ ਰਹੇ, ਇੱਕ ਦਿਨ ਆਈਪੀਐਸ ਅਧਿਕਾਰੀ ਨੇ ਇੱਕ ਪੂਰਾ ਇਹਦੇ ਤੇ ਇੱਕ ਲੇਖ ਲਿਖਿਆ ਸੀ। ਉਹਨਾਂ ਕਿਹਾ ਸੀ ਇਹਨਾਂ ਨੂੰ ਵੀ ਕਹਿੰਦੇ ਵੀ ਨੌਕਰਸ਼ਾਹ ਜਿਹੜੇ ਨੇ ਸਭ ਤੋਂ ਵੱਡੀ ਰਿਸ਼ਵਤ ਤੇ ਜਿਹੜੀ ਹੈ ਉਹ ਅਸਲ ਮਾਲ ਖਾਂਦੇ ਆ, ਪੁਲਿਸ ਤੇ ਐਵੇਂ ਬਦਨਾਮ ਆ। ਹੁਣ ਵਿਜੇ ਦਾਹੀਆ ਨੇ ਹਰਿਆਣਾ ਦੇ ਆਈਐਸ ਅਫਸਰ ਨੇ, ਉਹਨਾਂ ਦੇ ਉੱਪਰ ਪਿੱਛੇ ਆਰੋਪ ਲੱਗੇ ਸੀ ਵੀ ਕਿਸ ਤਰ੍ਹਾਂ ਵਿਕਾਸ ਕੌਸ਼ਲ ਮਿਸ਼ਨ, ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਹੁੰਦੇ ਨੇ, ਸਕਿੱਲ ਡਿਵੈਲਪਮੈਂਟ ਸੈਂਟਰ ਮੋਦੀ ਸਰਕਾਰ ਨੇ ਖੋਲ੍ਹੇ ਤੇ ਤਾਂ ਹੀ ਵੀ ਜਿਹੜੇ ਬੱਚੇ 12ਵੀਂ ਤੋਂ ਬਾਅਦ ਜਿਹੜੇ ਬੇਰੁਜ਼ਗਾਰ ਹੋ ਜਾਂਦੇ ਉਹਨਾਂ ਨੂੰ, ਕਿਸੇ ਨੂੰ ਬਿਊਟੀ ਪਾਰਲਰ, ਕਿਸੇ ਨੂੰ ਵੈਲਡਿੰਗ ਦਾ, ਮਤਲਬ ਇਹ ਛੋਟੇ ਛੋਟੇ ਕਿੱਤੇ ਉਹਨਾਂ ਨੂੰ ਸਿਖਾ ਕੇ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜਾ ਕੀਤਾ ਜਾਵੇ। ਉਹਦੇ 'ਚ ਵੀ ਕਹਿੰਦੇ ਘਪਲਾ ਬਹੁਤ। ਹੁਣ ਇਹਨਾਂ ਨੇ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ, ਪਹਿਲੇ ਤੇ ਇਹਨਾਂ ਨੇ ਜ਼ਮਾਨਤ ਵੀ ਲਾਈ ਸੀ, ਉੱਥੋਂ ਤੇ ਜ਼ਮਾਨਤ ਤੇ ਇਹਨਾਂ ਨੂੰ ਨਹੀਂ ਮਿਲੀ, ਅੰਡਰਗਰਾਊਂਡ ਚੱਲ ਰਹੇ ਨੇ। ਹੁਣ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ, ਉਸ ਚਿੱਠੀ ਤੋਂ ਬਾਅਦ ACB ਨੇ, ਐਂਟੀ ਕਰਪਸ਼ਨ ਬਿਊਰੋ ਨੇ ਵੀ ਸਰਕਾਰ ਨੂੰ ਜਵਾਬ ਦਿੱਤਾ। ਇਹ ਕੀ ਹੈ ਪੂਰਾ ਮਾਮਲਾ? ਵੇਖੋ, ਤੁਹਾਨੂੰ ਪਤਾ ਜਿੱਦਾਂ ਦੀ ਦੱਸਿਆ ਵੀ ਹਰਿਆਣਾ ਵਿਕਾਸ ਕੌਸ਼ਲ ਦੇ ਆਈਐਸ ਅਧਿਕਾਰੀ ਵਿਜੇ ਦਈਆ, ਇਹਨਾਂ ਦੇ ਕੇਸ ਰਜਿਸਟਰਡ ਹੋਇਆ ਜੀ ਅੰਡਰ ਸੈਕਸ਼ਨ 17A ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ। ਨਹੀਂ ਮਾਮਲਾ ਇਹਨਾਂ ਦੇ ਦਰਜ ਹੋਇਆ ਪਰ ਕੇ ਜੀ ਭ੍ਰਸ਼ਟਾਚਾਰ ਦਾ ਹੀ। ਉਹ ਇਹਨਾਂ ਨੇ ਪਲੀ ਲਈ ਹੈ ਵੀ ਪ੍ਰੀਵੈਂਸ਼ਨ ਐਕਟ ਅੰਡਰ ਜਿਹੜਾ ਪ੍ਰੀਵੈਂਸ਼ਨ ਐਕਟ 17A ਧਾਰਾ ਨਾ ਜੀ, ਉਹਦੀ ਮਨਜ਼ੂਰੀ ਨਹੀਂ ਲਈ ਗਈ ਸਰਕਾਰ ਕੋਲੋਂ। ਇਹੋ ਹੀ ਲੈ ਕੇ ਇਹਨਾਂ ਨੇ ਚਿੱਠੀ ਲਿਖੀ ਸੀ ਪਹਿਲੇ ਚੀਫ ਸੈਕਟਰੀ ਨੂੰ, ਚੀਫ ਸੈਕਟਰੀ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਤੇ ਫਿਰ ਚੀਫ ਸੈਕਟਰੀ ਨੇ ਐਂਟੀ ਕਰਪਸ਼ਨ ਬਿਊਰੋ ਕੋਲ ਜਵਾਬ ਮੰਗਿਆ ਵੀ ਤੁਸੀਂ ਅਨੁਮਤੀ ਕਿਉਂ ਨਹੀਂ ਲਈ ਜੀ। ਐਂਟੀ ਕਰਪਸ਼ਨ ਬਿਊਰੋ ਨੇ ਕਿਹਾ ਵੀ ਇਹਦੇ 'ਚ ਪਰਮਿਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ ਹੈ। ਉਹਨਾਂ ਨੇ ਨਾਲ ਦੋ ਨੁਕਤੇ ਵੀ ਦੱਸੇ ਨਾ ਸਾਰੇ। ਉਹਨਾਂ ਕਿਹਾ ਵੀ ਪਹਿਲੀ ਦੀ ਗੱਲ, ਪਹਿਲਾਂ ਤਾਂ ਸੀਐਮ ਹਰਿਆਣਾ ਨੇ 5 ਜੁਲਾਈ ਨੂੰ ਇੱਕ ਦੇਸ਼ ਪਾਤ ਕੀਤਾ, ਦੇਸ਼ ਦਿੱਤਾ ਸੀ ਪਿਛਲੇ ਸਾਲ। ਹਾਂ, कि 17A ਦੀ ਸਿੱਖਿਆ ਦੋ सरकारी ड्यूटी निभाते हुए एक्स फेशियाई अपराध का हो या ट्रैप केस का होवे ਇਹ 'ਚ ਅਨੁਮਤੀ ਲੈਣ ਦੀ ਵਕਤਾ ਨਹੀਂ ਹੁੰਦੀ। ਤੇ ਜਿਹੜਾ ਦਈਏ ਦਾ ਕੇਸ ਹੈ ਨਾ, ਉਹ ਵੀ ਇਦਾਂ ਦਾ ਹੀ ਆ। ਤਾਂ ਉਹਦੇ ਵੀ ਦਈਏ ਬਾਰੇ ਐਂਟੀ ਕਰਪਸ਼ਨ ਬਿਊਰੋ ਨੇ ਫਾਈਲਾਂ ਦੇ ਵਿੱਚ ਜੋ ਕੁਝ ਦਿੱਤਾ ਸਾਰਾ ਕੁਝ ਕਲੀਅਰ ਹੋਇਆ। ਦੂਜਾ ਉਹ ਕਹਿੰਦਾ ਉਹਨੇ 17A ਨੂੰ ਡਿਫਾਈਨ ਕੀਤਾ ਜੀ। ਆਉਂਦੇ ਜੀ ਭ੍ਰਸ਼ਟਾਚਾਰ ਨਿਰੋਧਕ ਨਿਯਮ ਕੀ 1988 ਦੀ 17A ਦੀ ਧਾਰਾ 'ਚ ਸਪਸ਼ਟ ਲਿਖਿਆ, ਆਪਣੇ ਲਈ ਜਾਂ ਕਿਸੇ ਵਿਅਕਤੀ ਦੇ ਲਈ ਰਿਸ਼ਵਤ ਲੈਣੇ ਜਾਂ ਲੈਣ ਦਾ ਪ੍ਰयास ਕਰਨ ਲਈ ऑन दी सपोर्ट गिरफ्तार करने की अनुमति लेने की कोई जरूरत नहीं है। और विजय दईए का मामला फिर आते आते इदा का हैगा। तो आते इस करके भी सानू देश दस्त करने तो पहला किसी की परमिशन लैन की लोड़ नहीं। ते पंचकुला कोर्ट ने भी जिहड़ा
ਇਹਨਾਂ ਦੀ ਜਿਹੜੀ ਬੇਲ ਰਿਜੈਕਟ ਕਰਤੀ ਉਹਨਾਂ ਨੇ ਜੀ ਐਂਟੀ ਕਰਪਸ਼ਨ ਬਿਊਰੋ ਨੇ ਨਾ 3 ਹੋਰ ਕੇਸਾਂ ਦਾ ਹਵਾਲਾ ਦਿੱਤਾ ਜਿਹਦੇ ਚ ਉਹਨਾਂ ਨੇ ਅਫਸਰਾਂ ਦੇ ਨਾਮ ਵੀ ਦੱਸਿਆ। ਪਹਿਲਾਂ ਵੀ ਇਦਾਂ ਦੇ ਕੇਸ ਹੋ ਚੁੱਕੇ ਆ ਜਿਹਨਾਂ 'ਚ ਕੋਈ ਪਰਮਿਸ਼ਨ ਨਹੀਂ ਲਈ। ਵੈਰ ਕੇ ਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਇੱਕ ਐਵੇਂ ਇਹ ਬਣਾ ਲਿਆ ਹੈ 17 ਇਹ ਪ੍ਰੀਵੈਂਸ਼ਨ ਐਕਟ ਵੀ ਇਹਨਾਂ ਨੂੰ ਇਹਦਾ ਮਤਲਬ ਥੋੜੀ ਆ ਕਵਚ ਬਣਾ ਲਿਆ ਜਿੱਦਾਂ ਕਰਨ ਨੂੰ ਕਵਚ ਮਿਲਿਆ ਆਇਓ ਤੇ ਕੋਈ ਹੱਲ ਨਹੀਂ ਹੁੰਦਾ ਆ ਕਵਚ ਦੇ ਤੌਰ ਤੇ ਰੱਖਿਆ ਇਹਨਾਂ ਨੇ ਵੀ ਇਹਨਾਂ ਤੇ ਜੋ ਮਰਜ਼ੀ ਰਿਸ਼ਵਤ ਕਾਈ ਜਾਓ ਮਰਜ਼ੀ ਲਈ ਅਸੀਂ ਰਾਜੇ ਆ ਫੜਦਾ ਕੋਈ ਨਹੀਂ। ਵੇਖੋ ਪੰਜਾਬ 'ਚ ਕਿਹਨੇ ਹੱਥ ਨਹੀਂ ਪਾਇਆ ਉਹ ਨੀਲਮਾਂ ਨੂੰ ਅਜੇ ਤੱਕ ਪੁੱਛਗਿੱਛ ਨਹੀਂ ਹੋਈ। ਜਿਨ੍ਹਾਂ ਨੇ ਅਮਰੂਦ ਦੇ ਬੂਟੇ ਲਾ ਕੇ ਕਿੰਨੇ ਪੈਸੇ ਲੈ ਲਏ ਕੋਰਟ 'ਚ ਮਲ ਗਏ ਵੀ ਅਸੀਂ ਪੈਸੇ ਲਏ ਆ ਸਾਡੇ ਅਸੀਂ ਵਾਪਸ ਕਰ ਦਿੰਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਣ ਡਿਆ। ਤੇ ਬਾਕੀ ਗਰੀਬ ਫੜ ਅੰਦਰ ਦੇ ਕੋਈ ਬਜ਼ੁਰਗ ਅੰਦਰ ਦੇ ਦਿੱਤਾ ਕੋਈ ਜਿਹਦੇ ਬੱਚਾ 6 ਮਹੀਨੇ ਦਾ ਉਹਨਾਂ ਨੂੰ ਅੰਦਰ ਦੇ ਦਿੱਤਾ। ਤੇ ਕੀ ਇਹਨਾਂ ਵਾਸਤੇ ਕੋਈ ਸਪੈਸ਼ਲ ਜੇਲ੍ਹ ਬਣਦੀ ਆ ਵੈਸੇ ਇਹਨਾਂ ਨੂੰ ਉਦੋਂ ਫੜ ਕੇ ਅੰਦਰ ਦੇਣਾ ਇਹਨਾਂ ਨੂੰ। ਤਰਕੇ ਜੀ ਇਹ ਜਿਹੜਾ ਵੈਸੇ ਮਾਮਲਾ ਕਹਿ ਰਹੇ ਨਾ ਸਕਿੱਲ ਡਿਵੈਲਪਮੈਂਟ ਦਾ ਵੀ ਕਹਿੰਦੇ ਵੀ ਬੜਾ ਮਾਮਲਾ ਬੜਾ ਜੀ ਹਾਈ ਪ੍ਰੋਫਾਈਲ ਆ। ਇਹ 'ਚ ਜਿਹੜੇ ਸੈਕਟਰੀ ਸਾਹਿਬ ਹੀ ਆਏ ਜਿਹੜੇ ਦਈਆ ਸਾਹਿਬ ਇਹਨਾਂ ਨੇ 3 ਮਹੀਨੇ 300 ਕਰੋੜ ਰੁਪਇਆ ਬਣਤਾ। ਆਂਦੇ ਵੀ ਜਿਹੜਾ ਪੈਸਾ ਬਣਦੇ ਸੀ ਨਾ ਤੇ 20% ਕਮਿਸ਼ਨ ਲੈਂਦੇ ਸੀ ਮੇਰੀ ਕਮਿਸ਼ਨ ਹੋ ਜਾਵੇ। ਫਿਰ ਵੇਖੋ ਜਦੋਂ ਸ਼ਿਕਾਇਤ ਹੋਈ ਤੇ 35 ਟ੍ਰੇਨਿੰਗ ਸੈਂਟਰ ਸੀ ਜੀ ਉਹ ਚੈੱਕ ਕੀਤੇ ਹਰਿਆਣਾ ਦੇ ਸੀਐਮ ਦੀ ਫਲਾਈਂਗ ਸਕੁਐਡ ਟੀਮ ਨੇ ਜੀ ਜਿਨ੍ਹਾਂ ਵਿੱਚ 6500 ਬੱਚੇ ਨਾਲ ਸ਼ੋਅ ਕੀਤੇ ਤੇ ਬੱਚੇ ਮਿਲੇ ਸਾਰੇ 1200। ਵੈਰ ਕੇ ਜੀ ਇੱਕ ਗੱਲ ਦੇ ਵਧਾਈ ਦੇ ਪਾਤਰ ਨੇ ਸੀਐਮ ਸਾਹਿਬ ਵੀ ਵੇਖੋ ਨਾ ਉਹਨਾਂ ਨੇ ਇਹ ਸਾਰਾ ਮਾਮਲਾ ਰੱਖਿਆ ਗੁਪਤ। ਜਦੋਂ ਫਲਾਈਂਗ ਸਕੁਐਡ ਨੇ ਸਾਰੇ ਛਾਪੇ ਮਾਰੇ ਇੱਕ ਪੂਰੀ ਰਿਪੋਰਟ ਤਿਆਰ ਕਰ ਲਈ ਨਾ ਫਿਰ ਦੱਸਿਆ ਵੀ ਆਇਆ ਹੋ ਰਿਹਾ ਜੇ ਤੇ 5 ਯੂਨਿਟਾਂ ਦੇ ਤਾਲੇ ਲੱਗੇ ਮਿਲੇ। ਉਹਦੇ ਕੋਲ ਪੈਸੇ ਲੈਂਦੇ ਸੀ ਇਹਨਾਂ ਨੇ ਇੱਕ ਦਲਾਲ ਰੱਖੀ ਪੂਰਮ ਚੋਪੜਾ ਨਾਂ ਦੀ ਜਨਾਨੀ ਜੀ ਉਹ ਪੈਸੇ ਵੜਦੀ ਉਹ ਕੀ ਕਰਦੀ ਉਹਦੇ ਜਦੋਂ ਮੋਬਾਈਲ ਚੈੱਕ ਕੀਤਾ ਤੇ 40 ਘੱਟੋ ਘੱਟ ਜੇ ਸੂਤਰ ਦੱਸਦੇ ਆ ਵੀ ਆਈਐਸ ਨੰਬਰ ਅਫਸਰਾਂ ਨਾਲ ਉਹਦੀ ਚੈਟਿੰਗ ਚੱਲਦੀ। ਔਰ ਮੈਂ ਕਹਿੰਦਾ ਕਿ ਕਿਸੇ ਮਹਿਕਮੇ ਦਾ ਕੰਮ ਲਿਆਓ ਮੈਂ ਕਰਾਂਗੀ। ਉਹਨੇ ਦਾਵਾ ਕੀਤਾ ਸਿਰ ਕੇ ਜੀ 3 ਆਈਪੀਐਸ ਨਾਲ ਵੀ ਉਹਦੀ ਚੈਟ ਮਿਲੀ ਆ ਤੇ ਜਦੋਂ ਫੋਨ ਚੈੱਕ ਕੀਤਾ ਵਿਜੇ ਤੇ ਕਿਹਨਾਂ ਉਹਦੀ ਚੈਟ ਮਿਲੀ ਸਾਰੀ ਲੈਣ ਦੇਣ ਦੀ। ਉਹਨਾਂ ਰਕੇਸ਼ ਇਹ ਦਾਵਾ ਕਰਦੀ ਸੀ ਵੀ ਮੈਂ ਹਰਿਆਣਾ 'ਚ ਕੋਈ ਵੀ ਕੰਮ ਹੋਵੇ ਮੇਰੇ ਨਾਲ ਸੰਪਰਕ ਕਰੋ ਤੁਹਾਡਾ ਕੰਮ ਰੁਕੂਗਾ ਨਹੀਂ। ਏਸੀ ਵੀ ਨਹੀਂ ਤਾਂ ਪੜਿਆ ਤੇ ਮੇਰੇ ਬੜੇ ਵੱਡੇ ਅਫਸਰਾਂ ਨਾਲ ਮੈਂ ਦਿੱਲੀ ਸਕੂਲ 'ਚ ਕਿਤੇ ਪੜ੍ਹਾਉਂਦੀ ਨਹੀਂ ਉੱਥੇ ਆਈਐਸ ਦੇ ਬੱਚੇ ਪੜ੍ਹਦੇ ਸੀ ਜੀ ਤੇ ਮੇਰੇ ਸਭ ਨਾਲ ਸੰਬੰਧ ਹੈਗੇ ਆ। ਇਹਦੀ ਸ਼ਿਕਾਇਤ ਅਸਲ 'ਚ ਕੀਤੀ ਰਿੰਕੂ ਮਚੰਦਾ ਨਾਂ ਦੇ ਇੱਕ ਬੰਦੇ ਨੇ ਕਰਨਾਲ ਦਾ ਬੰਦਾ ਸੀ। ਉਹਦਾ ਮੈਂ ਆਪਣੇ ਬਿੱਲ ਪਾਸ ਕਰਾਣੇ ਲੈਣੇ ਸੀ ਪੇਮੈਂਟਾਂ ਲੈਣੀਆਂ ਸੀ 43 ਲੱਖ ਰੁਪਏ 49 ਲੱਖ ਰੁਪਏ ਰਿਸ਼ਵਤ ਮੰਗੀ ਜਾਂਦੇ ਸੀ। ਤੇ ਆ ਪੂਨਮ ਨਾਲ ਗੱਲ ਭਾਈ ਜਿਹਨੂੰ ਅਰੈਸਟ ਕਰਾਇਆ 3 ਲੱਖ ਰੁਪਇਆ ਪੂਨਮ ਕੋਲ ਰਿਕਵਰੀ ਵੀ ਹੋ ਗਈ। ਪੂਨਮ ਨੇ ਕਿਹਾ ਵੀ ਮੈਂ ਵਿਜੇ ਦਈਆ ਤੇ ਜਿਹੜਾ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਚੀਫ ਸਕਿੱਲ ਅਫਸਰ ਸੀ ਦੀਪਕ ਸ਼ਰਮਾ ਉਹਦੇ ਕਹਿਣ ਤੇ ਪੈਸੇ ਲੈਣੇ ਆ ਤੇ ਉਹਦੇ ਫੋਨ 'ਚੋਂ ਚੈਟ ਵੀ ਮਿਲ ਗਈ। ਵੇਖੋ ਠੱਗੀ ਤੇ ਠੱਗੀ ਜਿੱਦਾਂ ਅਮਰੂਦਾਂ ਦੇ ਪੇੜ ਲਾਤੇ ਵੇਖੋ ਕਿੰਨੇ ਜੇ ਬੂਟੇ 250 ਲੱਗਦੇ ਆ ਤੇ 2000 ਲਾਤੇ ਪੇਮੈਂਟਾਂ ਲੈ ਗਏ। ਵੇਖੋ ਸਭ ਤੋਂ ਵੱਡੇ ਚੋਰ ਤੇ ਇਹ ਆ ਨਿੱਕੇ ਮੋਟੇ ਜਨਾਂ ਦੀ। ਮੈਨੂੰ ਨਾ ਇੱਕ ਐਨਆਰਆਈ ਹੈਗੇ ਨੇ ਯੂਐਸਏ 'ਚ ਰਹਿੰਦੇ ਨੇ ਸੰਪਰਕ ਕਰਦੇ ਨੇ ਉਹ ਕਹਿੰਦੇ ਵੀ ਮੈਂ ਇੱਥੇ ਕਿਸੇ ਸਰਕਾਰੀ ਡਿਪਾਰਟਮੈਂਟ 'ਚੋਂ 4-5 ਸਾਲ ਕਹਿੰਦੇ ਕੰਮ ਕੀਤਾ ਪਰ ਕਹਿੰਦੇ ਮੈਂ ਇੱਥੇ ਕਰਪਸ਼ਨ ਤੋਂ ਇੰਨਾ ਤੰਗ ਆ ਗਿਆ ਕਿ ਮੈਂ ਉੱਥੇ ਕਹਿੰਦੇ ਸ਼ਿਫਟ ਕਰ ਗਿਆ। ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ ਤੇ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੂੰ ਇੱਕ ਮੇਲ ਵੀ ਕੀਤੀ ਹੈ। ਉਹ ਕਹਿੰਦੇ ਵੀ ਜਿਹੜੇ ਅਫਸਰ ਤੁਸੀਂ ਇੱਥੇ ਆ ਉਹਨਾਂ ਤੇ ਕਾਰਵਾਈ ਚਲੋ ਜਿਹੜੀ ਕਰਨੀ ਸੋ ਕਰਨੀ ਹੋਈ ਹੈ ਤੇ ਜਿਹੜੇ ਇੱਥੋਂ ਲੁੱਟ ਕੇ ਜਿਨ੍ਹਾਂ ਨੇ ਬਾਹਰ ਉੱਥੇ ਗੈਸ ਸਟੇਸ਼ਨ ਲੈ ਲਏ ਵੱਡੇ ਮਾਲ ਖਰੀਦ ਲਏ ਵੱਡੀ ਇਨਵੈਸਟਮੈਂਟ ਕਰ ਲਈ ਵੀ ਕੀ ਉਹਨਾਂ ਤੇ ਵੀ ਕੋਈ ਕਾਰਵਾਈ ਕਰੋਗੇ? ਮਤਲਬ ਇਹ ਤੁਸੀਂ ਫਿਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ ਨਹੀਂ। ਸਾਬਕਾ ਚੀਫ ਸਭ ਕੁਝ ਲੁੱਟ ਕੇ ਲੈ ਗਿਆ ਬਾਹਰ। ਉਹ ਵੇਖੇ ਮਤਲਬ ਇਸ ਕਰਕੇ ਦੇਖੋ ਫੜ ਕੇ ਲਿਆਣਗੇ ਕਿ ਜੀ ਗੱਲ ਤੇ ਫਿਰ ਉਹ ਆ ਗਈ ਵੀ ਪੰਜਾਬ ਨਹੀਂ ਦੇਸ਼ ਜਿਹੜਾ ਸਾਡਾ ਸੋਨੇ ਦੀ ਚਿੜੀ ਸੀ। ਪਹਿਲੇ ਮੁਗਲਾਂ ਨੇ ਲੁੱਟਿਆ ਫਿਰ ਅੰਗਰੇਜ਼ਾਂ ਨੇ ਲੁੱਟਿਆ ਤੇ ਹੁਣ ਆਪੇ ਹੀ ਉਹ ਗੋਰੇ ਚਲ ਗਏ ਕਾਲੇ ਆਪੇ ਲੁੱਟੀ ਜਾਂਦੇ ਆ ਤੇ ਲੁੱਟ ਬਾਹਰ ਭੇਜੀ ਜਾਂਦੇ ਆ। ਭੰਡਾਰੀ ਸਾਹਿਬ 10 ਸਾਲ ਹੋ ਗਏ ਆ ਜਾਂਚਾਂ ਚੱਲਣ ਡੀਆਂ ਸਿੰਚਾਈ ਘਟਾਲਾ ਪਹਿਲਾਂ ਤੇ ਕਿਸੇ ਨੇ ਮਨਜ਼ੂਰੀ ਨਹੀਂ ਦਿੱਤੀ। ਜੇ ਇਹਨਾਂ ਨੇ ਮਨਜ਼ੂਰੀ ਦਿੱਤੀ ਤੇ ਉਸ ਤੋਂ ਬਾਅਦ ਕੀ ਬਣਿਆ? ਕੋਈ ਮੰਤਰੀ ਅੰਦਰ ਹੋਇਆ 3 ਆਈਐਸ ਦੇ ਸਾਬਕਾ ਦੇ ਨਾਂ ਆਏ ਕੋਈ ਅੰਦਰ ਗਿਆ ਗੁਰਿੰਦਰ ਭਾਪੇ ਤੋਂ ਇਲਾਵਾ ਜਾਂ ਛੋਟੇ ਮੋਟੇ ਹੋਰ 2-4 ਫੜ ਕੇ ਅੰਦਰ ਦੇ ਦਿੱਤੇ ਤੇ ਬਾਕੀ ਕੀ ਕੀਤਾ ਕੀ ਉਹਦੇ ਵਿੱਚ ਹੋਣ ਡਿਆ ਜੀ। ਵੈਸੇ ਨਾ ਕਈ ਐਸੇ ਡਿਪਾਰਟਮੈਂਟ ਹੈ ਜਿੰਦੇ ਉੱਤੇ ਸਾਨੂੰ ਪਤਾ ਵੀ ਨਹੀਂ ਵੀ ਸਿੰਚਾਈ ਘੁਟਾਲੇ ਬੰਦਾ ਕਹਿੰਦਾ ਉਹਨਾਂ ਨੂੰ ਕੀ ਕਰਨਾ ਨਹਿਰਾਂ ਨੂੰ ਸਾਫ਼ ਕਰਨੇ ਕਿ ਕਿੱਥੋਂ ਪੈਸੇ ਹੋਣੇ ਉਹ 1200 ਕਰੋੜ ਘੁਟਾਲਾ ਉੱਥੇ ਹੀ ਆ। ਉਹ ਕੀ ਦਾ ਕਾਗਜ਼ਾਂ ਦੀ ਨਹਿਰਾਂ ਦੀ ਸਫਾਈ ਹੁੰਦੀ ਆ ਅਗਲੇ ਸਾਲ ਹੜ੍ਹ ਆਉਂਦਾ ਤੇ ਉਹ ਮਿੱਟੀ ਰੁੜ ਜਾਂਦੀ ਹੈ ਫਿਰ ਨਵੀਂ ਪੈ ਜਾਂਦੀ ਆ। ਵੀ ਚਲੋ ਦੇਖੋ ਸਾਰਾ ਕੁਝ ਕਾਗਜ਼ਾਂ ਦੀ ਇਹ ਕੰਮ ਚੱਲਦਾ। ਤੇ ਹੁਣ ਕ੍ਰਿਸ਼ਨ ਕੁਮਾਰ ਹਣਾ ਨੇ ਆ ਕੇ ਗਿਲ ਪਾਈ ਆ ਇਹਨਾਂ ਬੰਦੇ ਭੱਜ ਕੇ ਪੈਸੇ ਦੇ ਕੇ ਪੋਸਟਾਂ ਤੇ ਲੱਗਦੇ ਹੁੰਦੇ ਸੀ। ਹੁਣ ਭੱਜਦੇ ਆ ਵੀ ਇਹ ਫੀਲਡ 'ਚ ਨਹੀਂ ਲੱਗਣਾ। ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਦੀ ਕਦੋਂ ਆ ਜਾਣੇ ਆ। ਮਾਨ ਸਾਹਿਬ ਨੇ ਕਦੋਂ ਵਿਜੀਲੈਂਸ ਭੇਜ ਦੇਣੀ ਹੈ ਪਾਤਰ ਕ੍ਰਿਸ਼ਨ ਕੁਮਾਰ। ਹਾਂ ਚਲੋ ਦੇਖੋ ਅਜੋਏ ਸ਼ਰਮਾ ਵਰਗੇ ਕ੍ਰਿਸ਼ਨ ਕੁਮਾਰ ਵਰਗੇ ਇਹ ਜਿਹੜੇ ਆਈਐਸ ਹੈਗੇ ਨਾ ਇਹਨਾਂ ਕਰਕੇ ਹੀ ਸਰਕਾਰ ਚੱਲਣ ਦੀ ਬਚਾ ਹੈਗਾ। ਵਿਜੇ ਦਈਏ ਵਰਗੇ 20% ਵਾਲੇ ਹੁੰਦੇ ਫਿਰ ਥੋੜਾ ਚੱਲਣਾ ਸੀ ਤੇ ਜਾਂ ਫਿਰ ਚੀਫ ਡਾਇਰੈਕਟਰ ਵਿਜੀਲੈਂਸ ਵਰਿੰਦਰ ਕੁਮਾਰ ਜੀ ਫਿਰ ਜਾਂ ਭਗਵੰਤ ਮਾਨ ਜੀ ਆਪ
ਆ ਬਿਲਕੁਲ ਠੀਕ ਹੈ ਵੀ ਕਿਤੇ ਨਾ ਕਿਤੇ ਅੱਜ ਤੋਂ ਪਹਿਲਾਂ ਕਦੀ ਇਦਾਂ ਨਹੀਂ ਹੋਇਆ ਵੀ ਠੀਕ ਹੈ ਜਾਂਚ ਹੁੰਦੀ ਸੀ, ਜਾਂਚ ਦੇ ਨਾਂ ਤੇ ਲੀਪਾਪੋਤੀ ਕਰਕੇ ਤੇ ਮਾਮਲਾ ਆਹ ਟ੍ਰਾਂਸਾਂ 'ਚ ਵੀ ਬਦਲਾਅ ਦਿਸਿਆ। ਹਾਂ ਦੇਖੋ ਸਰਕਾਰ ਕਰਨ ਲਈ ਆ ਐਕਸ਼ਨ ਪ੍ਰਕੇਸ਼ ਜੀ, ਅੱਜ ਤੋਂ ਜੇ ਅਸੀਂ 15 ਮਹੀਨੇ ਪਹਿਲਾਂ ਦੀ ਗੱਲ ਕਰੀਏ ਤੇ ਆਪਣੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸੀਗੇ ਮੁੱਖ ਮੰਤਰੀ। ਦੇਖੋ ਮੁੱਖ ਮੰਤਰੀ ਦਾ ਪੂਰਾ ਟੌਰ ਹੁੰਦਾ, ਰੂਟ ਪਲਾਨ, 35-40 ਗੱਡੀਆਂ, ਸਾਰੇ ਡਿਪਾਰਟਮੈਂਟ ਥੱਲੇ। ਹੁਣ ਚੰਨੀ ਸਾਹਿਬ ਮੁੱਖ ਮੰਤਰੀ ਨੇ ਦੋਵਾਂ ਥਾਵਾਂ ਤੋਂ ਇਲੈਕਸ਼ਨ ਹਾਰ ਗਏ ਤੇ ਵਿਜੀਲੈਂਸ ਦੇ ਰਡਾਰ ਤੇ ਹੈ ਤਾਂ ਆਰੋਪ ਇਹ ਵੀ ਕਹਿ ਚੁੱਕੇ ਵੀ ਮੈਨੂੰ ਤੰਗ ਕੀਤਾ ਜਾ ਰਿਹਾ, ਮੈਂ ਗਰੀਬ ਘਰ ਦਾ ਬੰਦਾ। ਤੇ ਅੱਜ ਫਿਰ ਪਹੁੰਚੇ ਨੇ ਵਿਜੀਲੈਂਸ ਦੇ ਦਫ਼ਤਰ ਤੇ ਜਾਂਚ ਹੋ ਰਹੀ ਹੈ ਇਹਨਾਂ ਦੀ। ਸਾਹਿਬ ਉਹ ਕਹਿੰਦੇ ਨੇ ਸਮਾਂ ਸਮਰੱਥ, ਉਹੀ ਅਰਜਨ ਦੇ ਰਤ। ਉਹ ਅਖਬਾਰਾਂ ਭਰੀਆਂ ਹੁੰਦੀਆਂ, ਚੰਨੀ ਸਾਹਿਬ ਪੱਤੇ ਗਏ ਰਹੇ ਆ, ਚੰਨੀ ਸਾਹਿਬ ਬਗਦੀਆ ਦੁੱਧ ਚੋ ਰਹੇ ਆ, ਚੰਨੀ ਸਾਹਿਬ ਨੱਚ ਰਹੇ ਆ, ਚੰਨੀ ਸਾਹਿਬ ਕ੍ਰਿਕਟ ਖੇਡ ਰਹੇ ਆ, ਚੰਨੀ ਸਾਹਿਬ ਦੌੜ ਲਾ ਰਹੇ ਆ, ਚੰਨੀ ਸਾਹਿਬ ਖਾਣਾ ਖਾ ਰਹੇ ਆ। ਹੁਣ ਉਹੀ ਚੰਨੀ ਸਾਹਿਬ ਨੂੰ ਜਿਹੜੇ ਵਿਜੀਲੈਂਸ ਦਾ ਬਾਹਰ ਖਲੋਤੇ ਹੀ ਹੁਣ ਪੁੱਛ-ਗਿੱਛ ਕਰਨ ਡਿਆ। ਆਦਵਜੀ ਉਹਦੇ ਸੱਦ ਲਿਆ ਉਹਨਾਂ ਨੂੰ। ਫਿਰ ਚੰਨੀ ਸਾਹਿਬ ਅੱਜ ਪੇਸ਼ ਵੀ ਹੋ ਗਏ ਆ, ਪੁੱਛ-ਗਿੱਛ ਚੱਲਣ ਡਈ ਆ। ਅੱਗੇ ਵੀ ਇਹਨਾਂ ਕੋਲ ਪੁੱਛ-ਗਿੱਛ ਹੋਈ ਸੀ। ਇਹਨਾਂ ਨੂੰ ਇੱਕ ਸਵਾਲ ਫਾਰਮ ਦੇ ਤੇ ਪਰਫਾਰਮਾ ਦੇ ਤੇ 50 ਸਵਾਲਾਂ ਦਾ, ਮੈਨੂੰ ਪਤਾ ਨਹੀਂ ਭਰ ਕੇ ਨਾਲ ਇਹਨਾਂ ਨੇ ਖੜਿਆ ਕਿ ਨਹੀਂ ਖੜਿਆ। ਹੁਣ ਚੰਨੀ ਸਾਹਿਬ ਤੇ ਕਹਿੰਦੇ ਮੈਂ ਨਹੀਂ ਕੁਛ ਖਾਦਾ, ਉਹ ਕਹਿੰਦੇ ਘਟਾ ਲਿਆ ਬੜਾ ਕੀਤਾ। ਹਣੀ ਮਣੀ ਵੀ ਇਹਨਾਂ ਨੂੰ ਫਸਾਈ ਫਿਰਦਾ। ਹਣੀ ਜੀ ਕੱਲ ਦਾ ਨਾ ਜਿਹੜਾ ਭਾਂਜਾ ਵੀ ਭਾਰੂ ਪਿਆ ਇਹਨਾਂ ਦੇ। ਪਰਸੋਂ ਦੀ ਨਾ ਇੱਕ ਹੋਰ ਚੀਜ਼ ਚੱਲ ਰਹੀ ਸੀ, ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਨਾ ਕਿਸੇ ਨੇ ਉਹ ਕਢਾਈ ਹੈ, RTI ਲਈ ਹੈ ਵੀ ਚਾਹ ਦੇ ਵੀ ਕਿੰਨੇ 30 ਲੱਖ ਰੁਪਇਆ ਉੱਥੋਂ ਦਫ਼ਤਰ ਦਾ ਖਰਚਾ ਆ ਗਿਆ ਤੇ ਘਰ ਵੀ 20-22 ਲੱਖ ਰੁਪਇਆ ਘਰ ਦਾ ਵੀ ਖਰਚਾ ਆ ਗਿਆ ਪਿਛਲੇ 13-14 ਮਹੀਨਿਆਂ ਦਾ। ਮਤਲਬ 50 ਲੱਖ ਰੁਪਏ ਦੀ ਚਾਹ ਜਿਹੜੀ ਹੈ ਉਹ ਪੀਤੀ ਗਈ। ਜਿਹੜੇ ਮਾਨਨੀਏ ਜਾਂਦੇ ਸੀ ਕਹਾਂਗੇ ਉਹਨਾਂ ਨੂੰ ਵੀ ਯਾਰ ਉਹ ਚੰਨੀ ਸਾਹਿਬ ਦੀ ਜਗ੍ਹਾ ਤੋਂ ਮੰਗਾਈ ਹੋਣੀ ਚਾਹ ਯਾਰ ਘਰੋਂ ਬਣਾ ਕੇ ਲੈ ਜਾਇਆ ਕਰੋ, ਵੀ ਮਹਿੰਗੀ ਬੜੀ ਪੈਂਦੀ ਹੈ ਚਾਹ। ਫਿਰ ਨਾਲ ਚੰਨੀ ਸਾਹਿਬ ਦੇ 3900 ਦੀ ਰੋਟੀ ਵੀ ਗਈ ਜੇ, ਇੱਕ ਪਲੇਟ ਆਉਂਦੀ ਰਹੀ। ਤਾਜ ਤੋਂ ਆਉਂਦੀ ਰਹੀ। ਚਲੋ ਹੁਣ ਦੇਖੋ ਗੱਲ ਤੇ ਹੈਗੀ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਪੈਸਾ ਖਾਦਾ ਬਿਲਕੁਲ ਠੀਕ, ਉਹਨਾਂ ਨੂੰ ਜ਼ਰੂਰ ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ। ਸਭ ਤੋਂ ਜਿਹੜੀ ਵੱਡੀ ਗੱਲ ਹੈ ਕੁਝ ਕੀਤਾ ਨਜਾਇਜ਼ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਤੇ ਚੋਰ ਨੂੰ ਛੱਡਣਾ ਨਹੀਂ ਚਾਹੀਦਾ। ਵੇਖੋ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਕਿਹਾ ਸੀ ਵੀ ਜੇ ਮੈਂ 1 ਰੁਪਈਆ ਵੀ ਖਾਵਾਂ ਤੇ ਸਮਝੋ ਸਲਫਾਸ ਖਾਣ ਦੇ ਬਰਾਬਰ ਹੈਗਾ। ਚੰਨੀ ਸਾਹਿਬ ਦੇ ਦਰਸ਼ਨ ਮੈਨੂੰ ਲੱਗਦਾ ਕਿ ਕੇਸੀ ਉਹਨਾਂ ਦੇ ਭਾਂਜਾ ਸਾਹਿਬ ਨਾ ਚੜੇ, ਉਹਨਾਂ ਦੀ ਮੁਸੀਬਤ ਬਣਿਆ ਕਿਉਂਕਿ ਉਹ ਜਿਹੜਾ ਕਮਾਂਡੋ ਕਿੱਥੋਂ ਦਿੱਤੇ ਸ਼ਾਇਦ ਨਹੀਂ ਮਿੱਠਾ ਜਾਰੀ ਬਣ ਗਿਆ ਨਾ ਵਾਸਤੇ। ਮੈਂ ਤਾਂ ਮਜੀਠੀਆ ਸਾਹਿਬ ਨੇ ਕਿਹਾ ਵੀ ਹਨੀ ਮਨੀ ਤੇ ਚੰਨੀ ਮੈਂ ਦੱਸੂਗਾ, ਖਲਾਸੇ ਖਲੂਸੇ ਨਹੀਂ ਕੀਤੇ ਉਹਨਾਂ ਨੇ। ਇਹ ਕਹਿੰਦੇ ਵੀ ਛੱਲਾ ਨਹੀਂ ਆਇਆ, ਉਹਨਾਂ ਨੇ ਕੀਤੇ ਨਹੀਂ ਜੇ ਖਲਾਸੇ। ਚਲੋ ਛੱਲਾ ਤੇ ਆ ਗਿਆ ਜੀ, ਆ ਗਿਆ ਨਾ ਜੀ, ਖਲਾਸੇ ਨਹੀਂ ਕੀਤੇ। ਕਿ ਜੀ MLA ਹੈ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਮਾਨੋਕੇ, ਕੁਝ ਦਿਨ 3-4 ਦਿਨ ਪਹਿਲਾਂ ਆਰੋਪ ਲੱਗਦੇ ਕਿ NRI ਮਹਿਲਾ ਅਮਰਜੀਤ ਕੌਰ ਲਾਂਦੀ ਵੀ ਮੇਰੀ ਕੋਠੀ ਇਹਨਾਂ ਨੇ ਜਿਹੜੀ ਉਹ ਕਬਜ਼ਾ ਕਰ ਲਿਆ ਉਹਦੇ ਤੇ। ਸ਼ਿਕਾਇਤ ਚਲੋ ਉਹਦੀ ਜਾਂਚ ਚੱਲ ਰਹੀ ਹੈ, ਪਤਾ ਲੱਗ ਜਾਏਗਾ 1-2 ਦਿਨਾਂ ਤੱਕ ਵੀ ਵਾਕਈ ਕੋਠੀ ਕਿਹਦੀ ਹੈ। SPD ਜਗਰਾਓਂ ਦੀ ਜਾਂਚ ਕਰ ਰਹੀ ਹੈ। ਤਰਕੇਸ਼ ਜੀ ਹੁਣ ਆਜੋ ਜਾਂਦੇ ਇੱਕ ਪਿੰਡ ਦੇ ਵਿੱਚ ਤੇ ਪਿੰਡ ਵਾਲੇ ਘੇਰ ਲੈਂਦੇ ਵੀ ਕਹਿੰਦੇ ਤੁਸੀਂ ਵਾਅਦੇ ਤੇ ਬੜੇ ਕਰਦੇ ਸੀ ਅਸੀਂ ਵੀ ਛਡਾਵਾਂਗੇ ਜ਼ਮੀਨਾਂ, ਪਰ ਆ ਸਾਡੇ ਪਿੰਡ 'ਚ ਵੀ ਜ਼ਮੀਨ ਦੱਬੀ ਆ ਤੇ ਛਡਾਓ ਹੁਣ। ਤੇ ਮੈਡਮ ਉੱਥੇ ਆਏ ਤਾਂ ਸੀਗੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੇ ਆਪ ਮੁਸ਼ਕਲ 'ਚ ਫਸ ਗਏ। ਉਹ ਵੇਖੋ ਜੀ ਸਰਕਾਰ ਆਪਕੇ ਦਵਾਰ ਅੱਛੀ ਇਹਨਾਂ ਨੇ ਪ੍ਰੋਗਰਾਮ ਚਲਾਇਆ ਤੇ ਪਿੰਡ ਦੀਆਂ ਭੰਮੀ ਪੂਰਾ ਕਲਾਂ ਹੈਗਾ ਪਿੰਡ, ਉੱਥੇ ਸ਼ਿਕਾਇਤ ਨਿਵਾਰਨ ਦਰਬਾਰ ਇਹਨਾਂ ਲਾਣਾ ਸੀ ਜੀ। ਲੋਕਾਂ ਦੀ ਮੁਸ਼ਕਲਾਂ ਸੁਣਨੀਆਂ ਸੀ ਤੇ ਨਸ਼ੇ ਬਾਰੇ ਵੀ ਗੱਲਬਾਤ ਕਰਨੀ, ਨਸ਼ੇ ਦੀ ਸਮੱਸਿਆ ਨੂੰ ਲੈ ਕੇ। ਉੱਥੇ ਲੋਕੀ ਪਿੰਡ ਦੇ ਇਕੱਠੇ ਹੋ ਗਏ ਘੇਰ ਕੇ। ਉਹ ਆਂਦੇ ਵੀ ਜਿਹੜਾ ਸਰਕਾਰੀ ਛੱਪੜ ਆ ਉਹਦੇ ਤੁਹਾਡੇ ਆਪ ਦੇ ਜਿਹੜਾ ਸਰਪੰਚ ਉਹਨੇ ਮਰਿਆ, ਪਹਿਲਾਂ ਛੱਪੜ ਛਡਾਓ। 2.5 ਏਕੜ ਦਾ ਜੀ, 2.5 ਏਕੜ ਦਾ ਆਉਂਦਾ ਜਗ੍ਹਾ ਵੀ ਛੱਪੜਾਂ ਨੂੰ ਛਡਾ ਕੇ ਦਿਓ। ਮੈਡਮ ਨੂੰ ਜਵਾਬ ਨਾ ਆਵੇ ਵੀ ਹੁਣ ਕਹੇਗੀ ਉਹ ਕਾਰਜ ਬਗੇ ਭੱਜੇ ਲੋਕਾਂ ਘੇਰ ਲਈ। ਉਹਨਾਂ ਕਹੇ ਪਹਿਲਾਂ ਕੰਮ ਤੇ ਕਰਕੇ ਜਾਓ। ਉਹ ਮਸਾਂ ਹੀ ਆਪਣੀ ਜਾਨ ਛਡਾ ਕੇ ਭੱਜੇ। ਤੁਹਾਨੂੰ ਪਤਾ ਪਹਿਲਾਂ ਵੀ ਇਹਨਾਂ ਤੇ ਰੋਪ ਲੱਗ ਗਿਆ ਵੀ ਵੀ ਆਂਦੇ ਵੀ ਸਾਡੀ ਮੈਂ ਕਿਹਾ ਵੀ ਅਸੀਂ ਕੋਠੀ ਐਡੇ ਚਾਵਾਂ ਨਾਲ ਬਣਾਈ ਜਿਹਨੇ ਸਾਡੇ ਕਬਜ਼ਾ ਕਰ ਲਿਆ। ਇਹ ਕਹਿੰਦੇ ਜੀ ਮੈਨੂੰ ਤਾਂ 2 ਮਹੀਨੇ ਹੋ ਗਏ ਆ, ਮੈਂ ਤੇ ਕਿਰਾਏ ਦੇ ਲਈ ਆ ਤੇ ਤੁਸੀਂ ਜ਼ਰੂਰ ਡੋਲੇ ਵਾਲੀ ਕੋਠੀ ਵੀ ਕਿਰਾਏ ਤੇ ਲੈਣੀ ਆ, ਤੁਸੀਂ ਛੱਡ ਦਿਓ। ਬਿਲਕੁਲ ਜੇ ਤੁਸੀਂ ਬਦਲਾਵ ਦੇ ਨਾਂ ਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ। ਇੱਕ ਦਿਨ 'ਚ ਸਾਰਾ ਪਤਾ ਲੱਗ ਜਾਂਦਾ ਰਿਕਾਰਡ ਕਢਾਉਣ ਪਟਵਾਰੀ ਸਦਨ ਵੀ ਕਿਹਦੇ ਨਾਂ ਤੇ ਗੱਡੀ ਆ, ਕਿਹਦੇ ਨਾਂ ਤੇ ਰਿਕਾਰਡ ਬੋਲਦਾ। ਜੇ ਉਹਨਾਂ ਦੀ ਹੈਗੀ ਤੇ ਕਿਰਾਇਆ ਉਹਨਾਂ ਨੂੰ ਦੇ ਦਿਓ, ਜੇ ਉਹ ਨਹੀਂ ਕਿਰਾਏ ਦੇਣੇ ਜਾਂਦੀ ਛੱਡ ਦਿਓ। ਵੇਖੋ ਇੱਕ ਇੱਥੇ ਵੇਖੋ ਪੁਲਿਸ ਨੇ ਜ਼ਬਰਦਸਤੀ ਸਮਾਨ ਛਡਾਤਾ ਕੱਲ ਇੱਕ ਬੰਦੇ ਵਿਚਾਰੇ ਗਰੀਬ ਦਾ। ਤੇ ਇੱਥੇ ਇਹਨੇ MLA ਵਾਰੀ ਕੀ ਆ, ਪੁਲਿਸ ਚੁੱਪ ਕਿਉਂ ਆ? MLA ਸਾਹਿਬ ਹੈ ਨਾ ਜੀ, ਫਿਰ ਸਰਕਾਰ ਹੈ, ਮਤਲਬ ਇਹਨਾਂ ਨੂੰ ਕੰਟਰੋਵਰਸੀ 'ਚ ਨਹੀਂ ਆਉਣਾ ਚਾਹੀਦਾ। ਦੇਖੋ ਇੱਕ ਗੱਲ ਚੰਗੀ ਹੋਈ ਹੈ, ਉਹ ਪਿੰਡ ਵਾਸੀ ਵੀ ਜਿਹੜੇ ਨਾ ਵਧਾਈ ਦੇ ਪਾਤਰ ਨੇ ਜਿਹੜੇ ਕਿ ਹੁਣ ਇਹਨਾਂ ਨੂੰ ਸਵਾਲ ਪੁੱਛਣ ਲੱਗੇ ਵੀ ਠੀਕ ਹੈ ਇਹਨਾਂ ਨੂੰ ਹਾਰ ਪਾਉਂਦੇ ਤੁਸੀਂ ਵੀ ਕਦੇ ਸਾਰੀਆਂ ਸੁਵਿਧਾਵਾਂ ਤੁਹਾਡੇ ਟੈਕਸ ਦੇ ਦਿੱਤੇ ਪੈਸੇ ਤੋਂ ਲੈਂਦੇ ਨੇ। ਇਹਨਾਂ ਨੂੰ ਸਵਾਲ ਤਾਂ ਪੁੱਛੋ ਵੀ ਜਿਹਦੇ ਲਈ ਤੁਹਾਨੂੰ ਚੁਣਿਆ ਗਿਆ ਤੁਸੀਂ ਉਹ ਕਰ ਰਹੇ ਹੋ। ਸਰਕਾਰੀ ਜ਼ਮੀਨਾਂ ਦੀ ਤੁਸੀਂ ਗੱਲ ਕੀਤੀ ਸੀ ਜੀ, ਗੱਲ ਤੁਹਾਡੀ ਠੀਕ ਆ। ਸਵਾਲ ਪੁੱਛਣ ਵਾਸਤੇ ਕਈ ਵਾਰੀ ਫੋਨ ਕੀਤੇ ਈਟਕੋ ਸਾਹਿਬ ਨੂੰ ਕੀਤੇ ਆ, ਅੱਜ ਆਪਾਂ ਤੇ ਵੀ ਕਰਦੇ ਰਹੇ ਜੇ, ਮੈਂ ਵੀ ਕਰਦਾ ਰਿਹਾ ਸਿਹਤ ਮੰਤਰੀ ਸਾਹਿਬ ਨੂੰ ਕੀਤੇ, ਫੋਨ ਨਹੀਂ ਚੁੱਕਦੇ। ਮੈਨੂੰ ਲੱਗਦਾ ਕਿਹਨੂੰ ਕਰੂਗਾ ਸਵਾਲ ਤੇ ਇਦਾਂ ਹੀ ਹੋਣੇ ਫਿਰ ਘੇਰ ਕੇ। ਮੈਨੂੰ ਲੱਗਦਾ ਵੀ ਇਹਨਾਂ ਨੂੰ ਨਾ ਉੱਥੋਂ ਦਿੱਲੀੋਂ ਹਦਾਇਤ ਆ ਵੀ ਤੁਸੀਂ ਪੱਤਰਕਾਰਾਂ ਨਾਲ ਬਹੁਤੀ ਗੱਲਬਾਤ ਨਹੀਂ ਕਰਨੀ, ਵੀ ਕੋਈ ਮੂੰਹ ਚੋਂ ਗੱਲ ਨਿਕਲ ਜਾਂਦੀ ਆ ਤੇ ਫਿਰ ਮੁੜ ਕੇ ਵਾਪਸ ਨਹੀਂ ਪੈਂਦੀ।
ਕਿ ਜੀ ਲਾਲਚੰਦ ਕਟਾਰੂ ਚੱਕ ਕੈਬਨਿਟ ਮਿਨਿਸਟਰ ਨੇ ਬੜਾ ਰੌਲਾ ਪਿਆ ਸੀ ਜਦੋਂ ਜਲੰਧਰ ਜਿਮਨੀ ਚੋਣਾਂ ਸੀ। ਸੁਖਪਾਲ ਖਹਿਰਾ ਕਿਸ ਤਰ੍ਹਾਂ ਇੱਕ 4 ਮਿੰਟ ਦਾ ਕਲਿੱਪ ਤੇ 8 ਮਿੰਟ ਦਾ 2 ਕਲਿੱਪ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਫੋਰੈਂਸਿਕ ਜਾਂਚ ਦੀ ਦੇ ਕੇ ਆਏ ਸੀ। ਜਾਂਚ ਹੋ ਗਈ, ਸਭ ਨੂੰ ਪਤਾ ਹੈ, ਉਹ ਕੋਈ ਛੇੜਛਾੜ ਨਹੀਂ ਹੋਈ ਸੀ। ਬੜਾ ਰੌਲਾ ਪਿਆ, ਵਿਪਕਸ਼ ਨੇ ਸਵਾਲ ਵੀ ਚੁੱਕੇ, ਪਰ ਹੁਣ ਉਹ ਕਹਿੰਦੇ ਵੀ ਉਹ ਜਿਹੜਾ ਪੀੜਿਤ ਹੈ ਜਿਹਦੇ ਨਾਲ ਇਹ ਸਾਰੀ ਵੀਡੀਓ ਸੀਗੀ, ਉਹ ਕਹਿੰਦਾ ਵੀ ਮੇਰਾ ਖਿਆਲ ਚਲੋ ਮੈਂ ਕੋਈ ਜਾਂਚ ਜੂਚ ਨਹੀਂ ਕਰਾਉਣੀ ਚਾਹੁੰਦਾ, ਮੈਂ ਆਪਣੀ ਸ਼ਿਕਾਇਤ ਵਾਪਸ ਲੈਣਾ। ਵੇਖੋ ਜੀ, ਰੋਲਾ ਕਟਾਰੂ ਜੱਗ ਸਾਹਿਬ ਦਾ ਪੈ ਗਿਆ, ਰੋਲਾ ਪੰਜਾਬ ਸਰਕਾਰ ਦਾ ਪੈ ਗਿਆ, ਰੋਲਾ ਵਿਚਾਰੇ ਕੇਸ਼ੇ ਦਾ ਵੀ ਪੈ ਗਿਆ। ਉਹਨੇ ਵੀ ਵਿਆਹ ਵੀ ਕਰਾਣਾ ਹੀ ਵਿਚਾਰੇ ਨੇ। ਹੁਣ ਐਸਸੀ ਕਮਿਸ਼ਨ ਨੇ ਨੋਟਿਸ ਦਿੱਤਾ ਆਹੀ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਜਵਾਬ ਦਿਓ। ਹੁਣ ਪੰਜਾਬ ਪੁਲਿਸ ਨੇ ਜਵਾਬ ਦੇਤਾ ਵੀ ਜਿਹੜਾ ਸ਼ਿਕਾਇਤ ਕਰਤਾ ਉਹ ਆਪਣੀ ਸ਼ਿਕਾਇਤ ਤੇ ਕਾਰਵਾਈ ਕੋਈ ਨਹੀਂ ਕਰਾਉਣਾ ਚਾਹੁੰਦਾ, ਤੇ ਅਸੀਂ ਕੀ ਕਰੀਏ? ਉਹ ਕੇਸ਼ਵ ਜੀ ਪਿਛਾਂਹ ਹਟ ਗਏ ਆ। ਹੁਣ ਵੇਖੋ, ਜਦੋਂ ਸਰਕਾਰ ਕਾਰਵਾਈ ਕੋਈ ਨਹੀਂ ਕਰਨੀ ਚਾਹੀਦੀ, ਸਰਕਾਰ ਨਾਲ ਮੱਥਾ ਕੌਣ ਲਾਊਗਾ? ਤਗੜੇ ਬੰਦੇ ਨਾਲ ਕੌਣ ਮੱਥਾ ਲਾਏਗਾ ਜੀ? ਉਹਦੇ ਕੱਲ ਨੂੰ ਕੋਈ ਸਮੈਕ ਪਵਾ ਦੇਣ, ਕੋਈ ਚੱਲ ਸਭਾ ਦੇਣ, ਕੋਈ ਉਹਨੂੰ ਮਰਵਾ ਦੇ, ਕਿਤੇ ਜਾਵੇ। ਮੇਰੇ ਹੁਣ ਭਲਵਾਨਾਂ ਦਾ ਕੀ ਬਣਿਆ? ਉਹ ਏਡੇ ਏਡੇ ਭਲਵਾਨ ਜਿਹੜੇ ਓਲੰਪਿਕ ਦੇ ਮੈਡਲ ਜਿੱਤੇ ਆ, ਉਹਨਾਂ ਦੀ ਕੋਈ ਨਹੀਂ ਸੁਣਨ ਡਿਆ। ਉੱਥੇ ਸ਼ਿਕਾਇਤ ਕਰਤਾ ਬਹਿ ਗਿਆ, ਤੇ ਇਹਦੇ ਵਿਚਾਰੇ ਕੋਲ ਤੇ ਕਿਰਾਇਆ ਵੀ ਨਹੀਂ ਹੁੰਦਾ। ਇਹ ਜਦੋਂ ਮੰਤਰੀ ਸਾਹਿਬ ਨੂੰ ਮਿਲਣ ਆਉਂਦਾ ਜਾਂਦਾ, ਕਿਰਾਇਆ ਵੀ ਉਹਨਾਂ ਕੋਲ ਲੈਂਦਾ, ਉਹਦੇ ਕਿ ਕੋ ਪੜ ਕੇ ਆ ਜਾ, ਮੈਂ ਤੈਨੂੰ ਵਾਪਸੀ ਦੇ ਦੂੰ। ਮਾਮਲਾ ਹਾਈ ਪ੍ਰੋਫਾਈਲ ਹੈ। ਪੁਲਿਸ ਵੀ ਇੱਥੇ ਨਾ ਖੁੱਲ ਕੇ ਕਹਿਣ ਨੂੰ ਕੁਝ ਕਤਰਾ ਰਹੀ ਹੈ, ਕਹਿੰਦੇ ਚੁੱਪ ਚੁਪੀਤੇ ਚਿੱਠੀ ਲਿਖਦੀ ਹੈ ਐਸਟੀ। ਗੱਲ ਹੈਗੀ ਆ ਵੀ ਉਦਾਂ ਤੇ ਪੁਲਿਸ ਫੜ ਕੇ ਕਿਸੇ ਦੇ ਅਗਿਆਤ ਦੇ ਬਿਆਨ ਲੈ ਕੇ ਜਾਂ ਆਪਣੇ ਬਿਆਨ ਲੈ ਕੇ ਪਰਚਾ ਦਰਜ ਕਰ ਦਿੰਦੀ ਆ। ਇਹ 'ਚ ਤੇ ਵੀਡੀਓ ਉਤਰੀਆਂ ਫਿਰਨ ਡੀਆਂ, ਜਿਹੜੀ ਵੀਡੀਓ ਨੂੰ ਬਨਵਾਰੀ ਲਾਲ ਪੁਰੋਹਿਤ ਦੀ ਮਾਨਯੋਗ ਰਾਜੇਪਾਲ ਨੇ ਫੋਰੈਂਸਿਕ ਜਾਂਚ ਦੇ ਵਿੱਚੋਂ ਸਾਬਤ ਵੀ ਕਰਾਤਾ ਵੀ ਸਹੀ ਹੈਗੀਆਂ ਸਾਰੀਆਂ। ਜਿਵੇਂ ਪੁਲਿਸ ਤੇ ਫਿਰ ਪੁਲਿਸ ਨੂੰ ਆਪਣੇ ਆਪ ਹੀ ਕੇਸ ਰਜਿਸਟਰ ਕਰ ਲੈਣਾ ਚਾਹੀਦਾ ਸੀ। ਓਕੇ ਜੀ, ਪੁਲਿਸ ਵੀ ਕਹਿੰਦੀ ਹੋਣੀ ਨਾ ਜੀ ਵੀ ਨਹੀਂ, ਇਹ ਜਿਹੜਾ ਇਹ ਬੰਦਾ ਨਹੀਂ ਮਾਮਲਾ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਣ, ਇਸ ਕਰਕੇ ਚਲੋ ਅਸੀਂ ਤੇ ਫਿਰ ਗਰੀਬ ਹੋਟਲਾਂ ਦੇ ਛਾਪੇ ਮਾਰ ਕਾਹਨੂੰ ਫੜ ਕੇ ਪਤਕਾਰੀ ਐਕਟ ਉਹਨਾਂ ਦੇ ਲਾ ਦੇ ਜੇ, ਉਹਨਾਂ ਤੋਂ ਵੀ ਨਾ ਲਾਓ। ਰਕੇਸ਼ ਜੀ, ਸਰਕਾਰ ਆਯੁਸ਼ਮਾਨ ਦੀ ਗੱਲ ਕਰਦੀ ਹੈ, ਹੈਲਥ ਸੇਵਾਵਾਂ ਦੀ ਖਾਸ ਕਰਕੇ ਗੱਲ। ਮੁਹੱਲਾ ਕਲੀਨਿਕਾਂ ਤੇ ਪਹਿਲੇ ਹੀ ਤਲਵਾਰ ਲਟਕੀ ਹੈ ਵੀ ਸਰਕਾਰ ਨੇ, ਸੈਂਟਰ ਗਵਰਨਮੈਂਟ ਨੇ ਇਹ ਕਹਿ ਕੇ ਇਹਨਾਂ ਦੇ ਫੰਡ ਰੋਕਤੇ ਆ ਵੀ ਪੈਸਾ ਤਾਂ ਹੀ ਸਕੀਮ ਦੇ ਦਿੱਤਾ, ਵੀ ਕਹਿੰਦੇ ਵੀ ਆਪਣੀ ਮਸ਼ਹੂਰੀ ਕਰੀ ਜਾਂਦੇ ਆ, ਫੋਟੋਆਂ ਲਾਈ ਜਾਂਦੇ ਆਪਣੀਆਂ। ਆਯੁਸ਼ਮਾਨ ਸਕੀਮ ਸ਼ੁਰੂ ਕੀਤੀ ਸੀਗੀ ਸੈਂਟਰ ਗਵਰਨਮੈਂਟ ਨੇ, ਫਿਰ ਕੈਪਟਨ ਸਰਕਾਰ ਨੇ ਨਾਂ ਨੂੰ ਬਦਲਤਾ, ਬੜਾ ਰੌਲਾ ਪਿਆ ਸੀਗਾ। 5 ਲੱਖ ਤੱਕ ਚਲੋ ਗਰੀਬਾਂ ਦਾ ਇਲਾਜ ਹੋਣਾ। ਸਿਵਲ ਹਸਪਤਾਲ 'ਚ ਕਹਿੰਦੇ ਵੀ ਇੱਕ ਤੇ ਜਿਹੜੇ ਗਰੀਬ ਆਉਂਦੇ ਨਾ ਆਯੁਸ਼ਮਾਨ ਵਾਲੇ, ਉਹਨਾਂ ਨਾਲ ਤੀਜੇ ਸ਼ਹਿਰੀ ਵਰਗਾ ਵਰਤਾਵ ਹੁੰਦਾ। ਐਸੀ ਸ਼ਿਕਾਇਤਾਂ ਸਾਡੇ ਕੋਲ ਵੀ ਆਈਆਂ। ਹੁਣ ਕਹਿੰਦੇ ਵੀ ਆਰਥੋ ਵਾਲੇ ਜਿਹੜੇ ਡਾਕਟਰ ਹੈ, ਉਹਨਾਂ ਨੇ ਦੱਸਿਆ ਕਿ ਜਨਵਰੀ ਤੋਂ ਬਾਅਦ ਆਯੁਸ਼ਮਾਨ ਦੇ ਤਹਿਤ ਜਿਹਦਾ ਵੀ ਕਾਰਡ ਹੈ, ਆਰਥੋ ਦੇ ਆਪਰੇਸ਼ਨ ਨਹੀਂ ਹੋ ਰਹੇ ਹੈ। ਇਹ ਕੀ ਮਤਲਬ? ਉੱਦਾਂ ਤੇ ਸਰਕਾਰ ਬੜਾ ਕਹਿੰਦੀ ਹੈ ਵੀ ਹੈਲਥ ਸੇਵਾਵਾਂ ਅਸੀਂ ਟੈਸਟ ਵੀ ਫ੍ਰੀ ਕਰ ਦਿਆਂਗੇ। ਪਿੱਛੇ ਮੰਤਰੀ ਸਾਹਿਬ ਵੀ ਕਹਿੰਦੇ ਸੀ ਵੀ ਮੈਨੂੰ ਸਭ ਪਤਾ ਹੈ, ਜਨ ਔਸ਼ਧੀ ਦੀ ਵੀ ਜਿਹੜੀ ਦਵਾਈ ਆ 3 ਰੁਪਏ ਦੀ 10 ਦੀ ਵਿਕਦੀ ਆ, ਅਸੀਂ ਐਸੀਆਂ ਦੁਕਾਨਾਂ ਖੋਲਾਂਗੇ ਵੀ 3 ਰੁਪਏ ਦੀ ਦਵਾਈ ਮਰੀਜ਼ ਨੂੰ 4 ਰੁਪਏ 'ਤੇ ਮਿਲੇ। ਮਤਲਬ ਤੁਸੀਂ ਸਿਰਫ ਕਹਿਣਾ ਹੀ ਕਹਿਣਾ ਇਹਨੂੰ ਲੈ ਕੇ। ਅਸੀਂ ਇਸੇ ਮਾਮਲੇ ਨੂੰ ਲੈ ਕੇ ਮੈਂ ਅੱਜ ਉਹਨਾਂ ਨੂੰ ਫੋਨ ਕੀਤਾ ਸੀ, ਸ਼ਾਇਦ ਉਹ ਬਿਜ਼ੀ ਨੇ ਕਿਤੇ, ਉਮੀਦ ਕਰਾਂਗੇ ਉਹਨਾਂ ਦਾ ਫੋਨ ਆ ਜਾਏਗਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਕਈ ਉਹਨਾਂ ਨੂੰ ਦੱਸਣੀਆਂ ਹੁੰਦੀਆਂ। ਕੀ ਰਕੇਸ਼ ਜੀ ਪੂਰਾ ਮਾਮਲਾ? ਭੰਡਾਰੀ ਸਾਹਿਬ ਹੀ ਕਹਿੰਦੇ ਜਨ ਔਸ਼ਧੀ ਜਾਂ ਆਯੁਸ਼ਮਾਨ ਮੰਦਾ ਹੀ ਹਾਲ ਆ। ਜਨ ਔਸ਼ਧੀ 2.5 ਸਾਲ ਤੋਂ ਸਿਵਲ ਹਸਪਤਾਲ 'ਚ ਨਹੀਂ ਖੋਲ੍ਹ ਸਕਦੇ, ਸਰਕਾਰੀ ਜਗ੍ਹਾ ਤੇ ਖੁੱਲ੍ਹਣੀ, ਸਰਕਾਰੀ ਲਾਇਸੈਂਸ ਹੋਣਾ। ਭਰਤੀ ਤੱਕ ਕਰ ਲਈ ਇਹਨਾਂ ਨੇ, ਭਰਤੀ ਕਰਨ ਤੋਂ ਬਾਅਦ ਵੀ ਦੁਕਾਨ ਨਹੀਂ ਖੋਲ੍ਹ ਸਕੇ। ਤੇ ਵੇਖੋ ਵੀ ਕੀ ਸਰਕਾਰ ਦਾ ਸਿਸਟਮ ਹੈਗਾ। ਤਾਂ ਮਤਲਬ ਪ੍ਰਾਈਵੇਟ ਜਿਹੜੇ ਦਵਾਈਆਂ ਵਾਲੇ ਮਾਫੀਆ ਨੇ ਇਹਨਾਂ ਦੇ ਹੱਥ ਰਲੇ ਆ ਜੀ, ਜਿਹੜੇ ਨਹੀਂ ਖੋਲ੍ਹਣ ਦਿੰਦੇ। ਜਿਨ੍ਹਾਂ ਨੇ ਖੋਲ੍ਹਣੀ ਆ ਉਹਨਾਂ ਨੂੰ ਕੋਈ ਕਮਿਸ਼ਨ ਦਿੰਦੇ ਹੋਣਗੇ ਵੀ ਨਾ ਖੋਲ੍ਹੋ, ਵੀ ਸਾਡਾ ਭੱਠਾ ਬਹਿ ਜਾਊਗਾ। ਹੁਣ ਰਹੀ ਗੱਲ ਆਯੁਸ਼ਮਾਨ ਦੀ, ਆਯੁਸ਼ਮਾਨ ਵਾਲੇ ਮਰੀਜ਼ ਨੂੰ ਤੇ ਇੰਨੀ ਦੀ ਘ੍ਰਿਣਾ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਨਾ ਹਸਪਤਾਲ ਦੇ ਵਿੱਚ। ਡਾਕਟਰ ਨੂੰ ਪਤਾ ਵੀ ਦੂਜੀ ਦਵਾਈ ਲਿਖੂੰਗਾ, ਕੋਈ ਪਰਚੀ ਪੁਰਚੀ ਲਿਖੂੰਗਾ, ਤੇ ਮੈਨੂੰ ਦਵਾਈ ਜਿੱਥੇ ਲਿਖੀ ਆ ਉੱਥੋਂ ਪੈਸੇ ਕੋਈ ਆ ਜਾਊਗਾ, ਕਮਿਸ਼ਨ ਆ ਜਾਊਗਾ, ਜਾਂ ਕੋਈ ਲਿਫਾਫਾ ਮੋੜ ਲੂੰਗਾ। ਇਹਦੇ ਵਿੱਚ ਡਾਕਟਰ ਨੂੰ ਤਾਂ ਕੁਛ ਮਿਲਣਾ ਨਹੀਂ, ਦਵਾਈ ਲੈ ਕੇ ਦੇਣੀ ਹਸਪਤਾਲ ਨੇ, ਪੈਸੇ ਆਣੇ ਹਸਪਤਾਲ ਦੇ ਅਕਾਊਂਟ ਦੇ ਵਿੱਚ। ਇਹ 'ਚ ਵੱਜਦਾ ਕੁਛ ਨਹੀਂ ਨਾ। ਇਸ ਕਰਕੇ ਪਹਿਲੀ ਤਾਂ ਗੱਲ ਇਹ ਚਾਹੁੰਦੇ ਨਹੀਂ ਕੋਈ ਇਹ ਕਾਮਯਾਬ ਹੋ ਜੇ। ਪ੍ਰਾਈਵੇਟ ਵਾਲੇ ਅੱਗੇ ਕੀ ਕਰਦੇ ਸੀ, ਬੰਦੇ ਨੂੰ ਕਹਿੰਦੇ ਵੀ ਤੇਰਾ ਆਪਰੇਸ਼ਨ ਲੱਗਣਾ 20,000 ਤੇ ਪੈਕੇਜ ਹੈਗਾ 15,000 ਦਾ, 5,000 ਤੂੰ ਨਾਲ ਦੇ ਦੇ। ਉਹ ਜਿਹੜਾ ਆਪਣਾ ਖਰਚਾ ਲੱਗਣਾ ਪਹਿਲਾਂ ਹੀ ਲੈ ਲੈਂਦੇ ਸੀ। ਫਿਰ ਕੁਛ ਆਯੁਸ਼ਮਾਨ ਨੇ ਪੇਮੈਂਟਾਂ ਬੜੀਆਂ ਲੇਟ ਕਰਤੀਆਂ। ਅੱਜ ਇੱਕ ਬੰਦੇ ਦਾ ਗਿੱਟਾ ਟੁੱਟਾ ਸੀ ਤੇ ਉਹਦਾ ਆਪਰੇਟ ਹੋਣਾ ਸੀ। ਇੱਕ ਚੀਜ਼ ਰਕੇਸ਼ ਜੀ ਤੁਸੀਂ ਭੁੱਲ ਗਏ, ਆਯੁਸ਼ਮਾਨ ਦੀ ਜਿਹੜੀ ਸਕੀਮ ਕਾਣ ਹੋਈ ਹੈ, ਇੱਥੇ ਆਪਣੀਆਂ ਜਨਾਨੀਆਂ ਪਾ ਕੇ ਉਹਦੇ ਪੈਸੇ ਲੈਂਦੇ ਰਹੇ ਡਾਕਟਰ, ਤੇ ਕਾਰਵਾਈ ਜ਼ੀਰੋ। ਭਾਜੀ ਸਕੀਮਾਂ ਜਾਂ ਇੰਸ਼ੋਰੈਂਸਾਂ ਕਿਉਂ ਫੇਲ ਹੁੰਦੀਆਂ? ਜਦੋਂ ਆਪਾਂ ਗਲਤ ਕੰਮ ਕਰਦੇ ਆ। ਸਰਕਾਰ ਨੇ ਤੇ ਬਣਾਈਆਂ ਫਾਇਦੇ ਵਾਸਤੇ, ਜ਼ਰੂਰਤਮੰਦਾਂ ਵਾਸਤੇ। ਜਦੋਂ ਆਪਾਂ ਝੂਠੇ ਕੇਸ ਪਾ ਕੇ ਕਲੇਮ ਲਵਾਂਗੇ, ਵਾਈ ਪਾ ਕੇ ਪੈਸੇ ਲੈ ਲਾਂਗੇ ਆਯੁਸ਼ਮਾਨ ਦੇ, ਤੇ ਫਿਰ ਇਹੋ ਜਿਹੇ ਮੈਨੂੰ ਰਕੇਸ਼ ਜੀ ਵੇਖੋ ਨਾ, ਕੇਸ ਰਜਿਸਟਰ ਕਿੱਥੇ ਹੋਣਾ? ਮੈਨੂੰ ਬੁਲਾਇਆ ਇੱਥੇ ਜਿਹੜੇ ਪੁਲਿਸ ਅਧਿਕਾਰੀ, ਉਹਨਾਂ ਦੀ ਸ਼ਿਕਾਇਤ ਵੀ ਹੋਈ ਸੀ। ਉਹ ਕਹਿੰਦੇ ਵੀ ਤੁਹਾਡੇ ਕੋਲ ਹੋਰ ਕੋਈ ਸਬੂਤ ਹੈ ਦੇ ਦਿਓ। ਮੈਂ ਕਿਹਾ ਵੀ ਸਬੂਤ ਇਕੱਠੇ ਕਰਨਾ ਤੁਹਾਡਾ ਕੰਮ ਆ। ਰਿਪੋਰਟ ਹੋ ਗਈ, ਟੀਮ ਨੇ ਰਿਪੋਰਟ ਕਰਤੀ ਵੀ ਹਸਪਤਾਲ ਨੇ ਆਪਣੀ ਜਨਾਨੀ ਮਰੀਜ਼ ਬਣਾ ਕੇ ਪਾਈ ਆ। ਪਤਾ ਕਰੋ ਉਹਨੇ ਹੋਰ ਕਿੰਨੇ ਜਾਲੀ ਮਰੀਜ਼ ਪਾਏ ਆ, ਪਤਾ ਕਰੋ ਉਹਨੇ ਕਾਰਡ ਕਿੱਥੋਂ ਬਣਾਇਆ,
ਵੀ ਕੀ ਤੁਹਾਡੀ ਇੰਟੈਲੀਜੈਂਸ ਤੁਸੀਂ ਕਹਿੰਦੇ ਗੱਲਾਂ ਹੀ ਕਰਦੇ ਵੀ ਚੀਨ ਨਾਲ ਲੜਨੀਆਂ, ਡਰੋਨ ਰੋਕਣੇ, ਵੀ ਆਹ ਕੰਮ ਤੇ ਤੁਹਾਡੇ ਕੋਲ ਇੱਥੇ ਬੰਦ ਨਹੀਂ ਹੋਣ ਡਿਆ। ਬਿਲਕੁਲ ਨਹੀਂ ਬੰਦ ਹੋ ਰਿਹਾ। ਅੱਜ ਇੱਕ ਬੰਦੇ ਗਰੀਬ ਦਾ ਗਿੱਟਾ ਟੁੱਟਾ ਸੀ, ਉਹਨੇ ਇਲਾਜ ਕਰਾਉਣਾ ਸੀ ਜੀ। ਉਹ ਡਾਕਟਰ ਕੋਲ ਗਿਆ, ਆਂਦੇ ਵੀ ਇੱਥੇ ਆਯੁਸ਼ਮਾਨ ਨਹੀਂ ਚੱਲਦਾ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ। ਮੈਂ ਡਾਕਟਰ ਨੂੰ ਫੋਨ ਕੀਤਾ, ਪੁੱਛਿਆ ਮੈਂ ਡਾਕਟਰ ਸਾਹਿਬ ਕੀ ਇਹਦਾ ਕਾਰਡ ਬੰਦ ਹੋ ਗਿਆ, ਜਾਲੀ ਆ? ਆਂਦੇ ਨਹੀਂ ਜੀ ਕਾਰਡ ਚੱਲਦਾ। ਤੇ ਮੈਂ ਕਿਹਾ ਫਿਰ ਤੁਸੀਂ ਇਹਦਾ ਆਪਰੇਟ ਕਿਉਂ ਨਹੀਂ ਕਰਦੇ? ਆਂਦੇ ਨਹੀਂ ਜੀ ਸਿਵਲ ਹਸਪਤਾਲ 'ਚ ਨਹੀਂ ਹੋਣਾ, ਇੱਥੇ ਜਨਵਰੀ ਮਹੀਨੇ ਤੋਂ ਇੰਪਲਾਂਟ ਆਣੇ ਬੰਦ ਆ, ਇਹਦੇ ਤਰ੍ਹਾਂ ਪੈਣੀਆਂ ਸਮਾਨ ਉਹ ਦੇ ਨਹੀਂ ਰਿਹਾ ਕੰਪਨੀ ਵਾਲਾ, ਉਹਦੀ ਪੇਮੈਂਟ ਨਹੀਂ ਕੀਤੀ ਹਸਪਤਾਲ ਨੇ। ਇਹਦਾ ਮਤਲਬ ਹਸਪਤਾਲ ਦੇ ਨੂੰ ਆਯੁਸ਼ਮਾਨ ਦੀ ਪੇਮੈਂਟ ਨਹੀਂ ਆਇਆ, ਇਸ ਕਰਕੇ ਨਹੀਂ ਕੀਤੀ। ਉਹ ਆਂਦੇ ਵੀ ਇਸ ਕਰਕੇ ਮੈਂ ਆਪਰੇਸ਼ਨ ਨਹੀਂ ਕਰ ਸਕਦਾ, ਇਹਦਾ 4-5 ਹਜ਼ਾਰ ਦਾ ਖਰਚਾ ਇਹ ਤੈਨੂੰ ਆਪ ਕਰਨਾ ਪੈਣਾ, ਜੇ ਬਹੁਤ ਹੀ ਗਰੀਬ ਆ ਤੈਨੂੰ ਮੈਂ ਕੋਲੋਂ ਪਾ ਦੇਣਾ, ਲੈ ਕੇ ਪਾ ਦੇਣਾ। ਮਤਲਬ ਡਾਕਟਰ ਇੱਥੋਂ ਤੱਕ ਮਜਬੂਰ ਆ। ਇਹਦਾ ਇੱਕ ਸਰਜਰੀ ਵਾਲੇ ਦੇ ਫੋਨ ਆਇਆ ਸਵੇਰੇ, ਉਹ ਆਂਦਾ ਜੀ ਮੈਨੂੰ 15 ਦਿਨ ਹੋ ਗਏ ਡਾਕਟਰ ਖਰਾਬ ਕਰਨ ਡਿਆ, ਕਹਿੰਦਾ ਅੱਜ ਆ ਜਾ ਕੱਲ ਆ ਜਾ, ਮੈਂ ਸਵੇਰੇ ਭੁੱਖੇ ਦੇ ਡਾਏ ਨਾ ਮੈਨੂੰ ਫਿਰ ਮੋੜ ਦਿੰਦਾ। ਹੁਣ ਸਰਜਰੀ ਦੇ ਹੱਥ ਵਾਲੇ ਤੇ 4 ਡਾਕਟਰ ਹੈ ਸਿਵਲ ਹਸਪਤਾਲ ਅੰਮ੍ਰਿਤਸਰ 'ਚ। ਇਹ ਪੰਜਾਬ ਦਾ ਨੰਬਰ 1 ਹਸਪਤਾਲ ਹੈ ਜੀ, ਪਹਿਲਾ ਅਵਾਰਡ ਇਹਨਾਂ ਜਿੱਤਿਆ ਜੀ 50 ਲੱਖ ਰੁਪਏ ਦਾ। ਹਾਂ, ਤੇ ਉਹ ਆਂਦਾ ਮੈਂ ਇਕੱਲਾ ਹੈਗਾ ਜੀ, ਕੀ ਕਰਾਂ 15 ਫਾਈਲਾਂ ਮੇਰੇ ਕੋਲ ਪਹਿਲਾਂ ਪਈਆਂ ਆਯੁਸ਼ਮਾਨ ਵਾਲੀਆਂ, ਉਹ ਆਪਰੇਟ ਹੀ ਨਹੀਂ ਹੋ ਰਹੇ ਮੇਰੇ ਕੋਲ। ਕਦੀ ਬੱਤੀ ਚੱਲ ਜਾਂਦੀ ਆ ਤੇ 30 ਤੇ 24 ਘੰਟੇ ਦਾ ਹੋਟਲਾਈਨ ਹੈਗੀ ਆ, ਜਨਰੇਟਰ ਪਿਆ ਬਾਲੋ, ਕਾਗਜ਼ਾਂ ਜਨਰੇਟਰ ਬਾਲਣਾ ਚੰਗੀ ਤਰ੍ਹਾਂ ਬਾਲੋ, ਜਰਾ ਲੋਕਾਂ ਦੇ ਭਲੇ ਵਾਸਤੇ ਬਾਲ ਲਓ। ਹੁਣ ਪਹਿਲਾਂ ਕੀ ਹੀ ਹਸਪਤਾਲ 'ਚ ਸਰਕਾਰ ਯੂਜ਼ਰ ਚਾਰਜਸ ਜਿਹੜੇ ਇਕੱਠੇ ਹੁੰਦੇ ਸੀ ਨਾ, ਉੱਥੇ ਖਰਚਣ ਦੀ ਮਨਜ਼ੂਰੀ ਸੀ। ਹੁਣ ਯੂਜ਼ਰ ਚਾਰਜਸ ਸਰਕਾਰ ਨੇ ਕਿਹਾ ਵੀ ਰੋਜ਼ ਦੇ ਰੋਜ਼ ਸਾਨੂੰ ਜਮ੍ਹਾਂ ਕਰਾਓ। ਹੁਣ ਪੈਸੇ ਇਹ ਇਕੱਠੇ ਕਰਦੇ ਆ, ਚੀਜ਼ਾਂ ਉਹਨਾਂ ਨੇ ਫ੍ਰੀ ਕੀਤੀਆਂ ਸਾਰੀਆਂ ਸਰਕਾਰ ਨੇ, ਮਗਰ ਮੰਗਤੇ ਬਣ ਕੇ ਮੰਗਦੇ ਉਹ ਪੈਸੇ ਮਿਲਦੇ ਨਹੀਂ। ਹੁਣ ਜਿਨ੍ਹਾਂ ਦਾ ਆਧਾਰ ਦਿੰਦਾ ਜਿਹੜਾ, ਉਹਨਾਂ ਆਧਾਰ ਦੇਣਾ ਬੰਦ ਕਰਤਾ। ਅਗਲਾ ਕੋ 50,000 ਕੋ ਲੱਖ ਲਿਮਟ ਆ ਨਾ ਦੁਕਾਨਦਾਰ ਦੀ ਵੀ, ਕੋ 2 ਲੱਖ ਕੇ ਇਹਦਾ ਫਸਿਆ ਨਾ ਕੋਈ ਐਕਸਰੇ, ਫਿਰ ਮੰਨਦੇ ਐਕਸਰੇ ਤੇ ਦੇਣ ਦੇ ਜੇ ਸਿੱਧੇ ਹੱਥ ਫੜਾਉਂਦੇ ਜੇ, ਲਿਫਾਫਾ ਤੱਕ ਨਹੀਂ ਐਕਸਰੇ ਦਾ ਹੈਗਾ। ਇੱਥੋਂ ਤੱਕ ਕਿ ਇੰਨਾ ਮੰਦਾ ਹਾਲ ਜੇ ਉੱਥੇ ਐਮਰਜੈਂਸੀ ਚੱਲ ਜਾਓ, ਕਾਗਜ਼ਾਂ ਵਾਈਟ ਪੇਪਰ ਦੇ ਇੰਨੀ ਸਲਿੱਪ ਦੇਣ ਦੇ ਜੇ, ਸਲਿੱਪਾਂ ਨਹੀਂ ਹੈਗੀਆਂ। ਆਹ ਵੜਾ ਹਾਲੇ ਨਾ ਹਸਪਤਾਲ ਬੰਦ ਕਰ ਦਿਓ। ਕੀ ਇਹ ਸਿਸਟਮ ਵਿਖਾਓਗੇ ਲੋਕਾਂ ਨੂੰ ਵੀ ਸਾਡੇ ਕੋਲ ਸਲਿੱਪ ਬਣਾਉਣ ਨੂੰ ਨਹੀਂ ਇੱਕ ਪਰਚੀ ਹੈਗੀ, ਰੀਏਜੈਂਟ ਨਹੀਂ ਹੈਗੇ ਲੈਬ ਦੇ ਵਿੱਚ? ਕੱਲ ਇੱਕ ਜਿਹੜੇ ਲੈਬ ਇੰਚਾਰਜ ਨੇ ਮੈਸੇਜ ਪਾਇਆ ਸੀ ਹਸਪਤਾਲ ਦੇ ਡਾਕਟਰਾਂ ਨੂੰ ਵੀ ਸਾਡੇ ਕੋਲ ਰੀਏਜੈਂਟ ਮੁੱਕੇ ਆ, ਬਹੁਤ ਘੱਟ ਹੈਗੇ ਆ, ਤੇ ਤੁਸੀਂ ਜ਼ਰੂਰੀ ਟੈਸਟ ਲਿਖੋ ਜਿਹੜੇ ਲੋੜ ਹੈਗੀ ਹੈ, ਸਿਰਫ ਐਵੇਂ ਨਾ ਟੈਸਟ ਲਿਖੀ ਜਾਓ। ਡਾਕਟਰਾਂ ਨੇ ਕਿ ਮਰੀਜ਼ ਨੂੰ ਗਲੋਂ ਲਾਉਣ ਇੱਕ ਮੋਹਰਾਂ ਬਣਾਈਆਂ, ਮੋਹਰ ਇਕੱਠੀ ਲਾ ਦਿੰਦੇ, ਭਾਵੇਂ ਟੈਸਟ 4 ਦੀ ਲੋੜ ਹੋਵੇ 20 ਲੈ ਦਿੰਦੇ ਆ। ਚਲੋ ਮਤਲਬ ਬਹੁਤ ਹਸਪਤਾਲ ਦਾ ਮਾੜਾ ਸਿਸਟਮ ਦਾ ਹਾਲ ਆ। ਇਹ ਜਿਹੜਾ ਸਿਹਤ ਮੰਤਰੀ ਸਾਹਿਬ ਨੂੰ ਇਧਰ ਖਿਆਲ ਕਰਨਾ ਚਾਹੀਦਾ। ਜਿਹੜੇ ਨਵੇਂ ਐਸਐਮਓ ਸਾਹਿਬ ਆਏ ਆ ਉਹਨਾਂ ਨੂੰ ਕਹੋ ਵੀ ਇਹ ਮੁਸ਼ਕਲਾਂ ਦੱਸੋ ਵੀ ਕੀ ਕੀ ਚੀਜ਼ ਹੈਗਾ। ਪਹਿਲੀ ਗੱਲ ਤਾਂ ਯੂਜ਼ਰ ਚਾਰਜ ਹਸਪਤਾਲ ਕੋ ਰਹਿਣ ਦੇਣੇ ਚਾਹੀਦੇ ਆ। ਉਹਦੇ ਵਿੱਚੋਂ ਵੇਖੋ ਸਵੀਪਰਾਂ ਨੂੰ ਤਨਖਾਹ ਮਿਲਦੀ, ਜਿਹੜੇ ਕੋਈ ਆਊਟਸੋਰਸਿੰਗ ਦੇ ਬੰਦੇ ਰੱਖੇ ਉਹਨਾਂ ਨੂੰ ਤਨਖਾਹ ਮਿਲਦੀ, ਹਸਪਤਾਲ ਦਾ ਸਮਾਨ ਲਿਆ ਜਾਂਦਾ ਸੀ। ਹੁਣ ਤੇ ਸਭ ਕੁਝ ਕੋਈ ਪੈਸੇ ਲੈਣੇ, ਹਸਪਤਾਲ ਦੇ ਭੁੱਖਾ ਹੋ ਗਿਆ ਜਿਹੜਾ ਨੰਬਰ 1 ਹਸਪਤਾਲ ਹੀ। ਤੇ ਅੱਗੇ ਗੁਰੂ ਨਾਨਕ ਦੇ ਕੋਲ ਪੈਸਾ ਕੋਈ ਨਹੀਂ, ਗੁਰੂ ਨਾਨਕ ਵਾਲੇ ਇਹ ਕਰ ਰੋਂਦੇ, ਉਹ ਹਾਲ ਇਹਨਾਂ ਇਸ ਤੋਂ ਮੰਦਾ ਸਿਵਲ ਹਸਪਤਾਲ ਦਾ ਕਰਤਾ ਹੁਣ। ਵੀ ਚਲੋ ਗੱਲ ਕਰਕੇ ਸੀ ਤੁਹਾਡੀ ਠੀਕ ਹੈ ਕਿ ਜੇ ਯੂਜ਼ਰ ਚਾਰਜਸ ਇਕੱਠੇ ਕਰਦੇ ਆ ਤੇ ਉਹ ਪੈਸਾ ਤੇ ਇਹਨਾਂ ਮਰੀਜ਼ਾਂ ਤੇ ਖਰਚ ਕਰਦੇ ਆ, ਉਹ ਤੇ ਆਪਣੀ ਸਕੀਮਾਂ ਦਾ ਪ੍ਰਚਾਰ ਕਿਉਂ ਕਰਦੇ ਬਿਨਾਂ ਜਾ ਆਹ ਕੋਈ ਤੈਨੂੰ 5 ਲੱਖ ਦਾ ਕਾਰਡ ਦੇਤਾ, ਆ ਚੈੱਕ ਹੀ ਨਹੀਂ ਜੇ ਤੇ ਮਰਜ਼ੀ ਵਿਗਾ ਇਲਾਜ ਕਰੂਗਾ। ਉਹ ਇਲਾਜ ਤੇ ਹੁੰਦਾ ਨਹੀਂ, ਲੋਕੀ ਤਾਂ ਉਹਨਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਵੇਂਦੇ ਆ। ਸਰਕਾਰੀ ਹਸਪਤਾਲ ਆ ਕੇ ਤੇ ਵੇਖੋ ਕਾਰਡ ਲੈ ਕੇ ਵੀ ਤੁਹਾਡਾ ਹਾਲ ਕੀ ਕਰਦੇ ਆ। ਕਿ ਜੀ ਇਸੇ ਚੀਜ਼ ਨੂੰ ਲੈ ਕੇ ਮੰਤਰੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਨਾਲ ਗੱਲ ਨਹੀਂ ਹੋ ਪਾਈ। ਫਿਰ ਮੈਡਮ CEO ਨੇ ਜਿਹੜੇ ਇਹਨਾਂ ਦੇ ਆਯੁਸ਼ਮਾਨ ਦੇਖਦੇ ਆ, ਮੈਡਮ ਬਬੀਤਾ, ਉਹਨਾਂ ਨਾਲ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਵੀ ਮੈਂ ਚੈੱਕ ਕਰਵਾ ਲੈਂਦੀ ਹਾਂ ਵੀ ਕਿੱਥੇ ਕਮੀ ਹੈ ਤਾਂ ਕਿ ਇਹਨੂੰ ਰਿਮੂਵ ਕੀਤਾ ਜਾਏਗਾ। ਪੁੱਛੋ ਜੀ ਜਨਵਰੀ ਮਹੀਨੇ ਦੇ ਆਪਰੇਸ਼ਨ ਨਹੀਂ ਹੁੰਦੇ ਤੇ ਚੈੱਕ ਕਿਉਂ ਨਹੀਂ ਕਰਾਇਆ? ਡਾਟਾ ਦੇ ਦੇਣ ਵੀ ਜਨਵਰੀ ਤੋਂ ਬਾਅਦ ਕਿੰਨੇ ਆਯੁਸ਼ਮਾਨ ਦੇ ਕੇਸ ਹੋਏ ਆ ਆਟੋ ਦੇ ਵਿੱਚ। ਗੱਲ ਹੈ ਕਿ ਰਟਿਆ ਜਵਾਬ ਹੁੰਦਾ ਇਹਨਾਂ ਅਫਸਰਾਂ ਦਾ ਵੀ ਤੇ ਇਹਨਾਂ ਲੀਡਰਾਂ ਦਾ ਵੀ। ਜਾਂਚ ਕਰਾ ਰਹੇ ਆ, ਜਾਂਚ ਹੋਏਗੀ, ਬਖਸ਼ੇ ਨਹੀਂ ਜਾਣਗੇ। ਤੇ ਇਹ ਤੁਹਾਨੂੰ ਪਤਾ ਵੀ ਬਖਸ਼ੇ ਨਹੀਂ ਜਾਣਗੇ। ਚਲੋ ਇਹਨਾਂ ਨੂੰ ਕੱਲ ਫਿਰ ਪੁੱਛ ਲਾਂਗੇ ਚਲੋ ਵੀ ਕੀ ਕੀਤੀ ਜੇ ਜਾਂਚ ਕਰਾਈ। ਚਲੋ ਸਾਨੂੰ ਦਿਓ ਇਜਾਜ਼ਤ। ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਤੇ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਤੁਹਾਡੇ ਦਿੱਤੇ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦੇ। ਨਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ, ਨਮਸਕਾਰ।